ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਰ ਨਿਕਸ ਕਰ ਨਾਹਿਨ ਬੈਠ ਹੈ, ਸਿੱਖ ਸੰਗਤ ਜਹ ਸਕਲ ਇਕੱਠ ਹੈ। ਸ੍ਰੀ ਗੁਰ ਅਮਰਦਾਸ ਪਦ ਪ੍ਰੇਮ, ਉਮਗਹਿ ਹਿਰਦਾ ਬਹਿ ਸਭ ਨੇਮ। ਵਾਹਰ ਨਿਕਸ ਕਰ ਨਾਹਿਨ ਬੈਠ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਹਾਨ ਬਖਸ਼ਿਸ਼ ਕੀਤੀ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਨਗਰੀ ਵਿਖੇ ਸੱਚਖੰਡ ਪਿਆਨਾ ਕੀਤਾ ਹੈ, ਔਰ ਸਮੁੱਚੀ ਸੰਗਤ ਦੇ ਸਨਮੁਖ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਦੀ ਵਡਿਆਈ ਬਖਸ਼ਿਸ਼ ਕਰਕੇ ਹਜ਼ੂਰ ਪਾਤਸ਼ਾਹ ਜੀ ਆਪ ਜੀ ਇਸ ਪੰਜ ਭੌਤਿਕ ਸਰੀਰ ਨੂੰ ਮਹਾਰਾਜ ਨੇ ਅਲੋਪ ਕੀਤਾ ਹੈ। ਹੁਣ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ, ਗੁਰਤਾ ਪਦ 'ਤੇ ਸੁਭਾਇਮਾਨ ਹੋਏ ਨੇ, ਅਤੇ ਜਿਤਨੀਆਂ ਸਾਹਿਬ ਸਤਿਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਹਨ, ਸਭ ਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦੀਆਂ ਨੇ, ਭੇਟਾ ਚੜ੍ਹਾਉਂਦੀਆਂ ਨੇ, ਪ੍ਰਸੰਨ ਹੁੰਦੀਆਂ ਹਨ। ਕੁਝ ਦਿਨ ਦਾ ਸਮਾਂ ਮੇਰੇ ਸਤਿਗੁਰੂ ਜੀ ਜਦੋਂ ਗੁਰਿਆਈ ਗੱਦੀ 'ਤੇ ਆਪ ਜੀ ਟਿਕੇ ਹਨ ਅਤੇ ਸੰਗਤਾਂ ਵੱਲੋਂ ਗੁਰੂ ਪਦਵੀ ਦਾ ਮਾਣ ਸਨਮਾਨ ਮਿਲਿਆ ਹੈ, ਤਾਂ ਹਜ਼ੂਰ ਪਾਤਸ਼ਾਹ ਜੀ ਨੇ ਤੱਕਿਆ ਹੈ। ਇੱਕ ਪਾਸੇ ਤਾਂ ਮਨ ਵਿੱਚ ਸਾਹਿਬ ਅਮਰਦਾਸ ਸਤਿਗੁਰਾਂ ਦਾ ਪਰਲੋਕ ਪਿਆਨਾ ਕਰਕੇ ਮਨ 'ਚ ਵੈਰਾਗ ਹੈ। ਦੂਸਰਾ ਵੇਖਿਆ ਕਿ ਜੋ ਸਤਿਗੁਰੂ ਮਹਾਰਾਜ ਦੀ ਅੰਸ਼ ਵੰਸ਼ ਹੈ, ਸਾਹਿਬਜ਼ਾਦੇ ਤੇ ਸੰਬੰਧੀ ਨੇ, ਉਹ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਵਡਿਆਈ ਨੂੰ ਤੱਕ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨੂੰ
ਤੇ ਮਨ ਦੇ ਵਿੱਚ ਕੁਝ ਫਰਕ ਰੱਖ ਰਹੇ ਹਨ। ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਤੱਕਿਆ ਕਿ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਇਹ ਬਖਸ਼ੀਸ਼ ਹੈ ਤੇ ਸਾਰਿਆਂ ਦੇ ਸਾਹਮਣੇ ਮੇਰੇ ਸਤਿਗੁਰੂ ਜੀ ਨੇ ਇਹ ਵਡਿਆਈ ਬਖਸ਼ੀ ਹੈ, ਪਰ ਫਿਰ ਵੀ ਮੋਹਨ ਜੀ ਤਾਂ ਉਸ ਵੇਲੇ ਹੀ ਨਾਰਾਜ਼ ਹੋ ਗਏ। ਮੋਹਰੀ ਜੀ ਤੇ ਹੋਰ ਸਾਰੇ ਪਰਿਵਾਰ ਦੇ ਮਨ 'ਚ ਕੋਈ ਸ਼ੰਕੇ ਪੈ ਰਹੇ ਸਨ ਵੀ ਦੇਖੋ ਸਾਡੇ ਘਰ ਦੀ ਸੇਵਾ ਕਰਿਆ ਕਰਦੇ ਸਨ, ਮਾਣ ਸਨਮਾਨ ਸਾਡਾ ਕਰਦੇ ਸਨ, ਹੁਣ ਸਾਨੂੰ ਇਹਨਾਂ ਅੱਗੇ ਝੁਕਣਾ ਪੈ ਰਿਹਾ। ਇਹੋ ਜਿਹੀਆਂ ਮਨ 'ਚ ਵਿਚਾਰਾਂ ਕਰਦੇ ਸਾਹਿਬ ਗੁਰੂ ਰਾਮਦਾਸ ਮਹਾਰਾਜ ਕਿਸੇ ਦਾ ਵੀ ਮਨ ਜਿਹੜਾ ਹੈ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪ ਜੀ ਵੈਰਾਗੀ ਮਨ ਲੈ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਦੀ ਯਾਦ ਵਿੱਚ ਆਪ ਆਪਣੇ ਇੱਕ ਅੰਦਰ ਬੈਠ ਕਰਕੇ ਸਮਾਧੀ ਇਸਤਤ ਹੋ ਕਰਕੇ ਤੋ ਵੈਰਾਗਮਈ ਅਵਸਥਾ ਵਿੱਚ ਗੁਰੂ ਦੀ ਯਾਦ ਵਿੱਚ, ਪਰਮੇਸ਼ਵਰ ਦੀ ਯਾਦ ਵਿੱਚ ਜੁੜ ਬੈਠੇ ਹਨ। ਬਾਹਰ ਸੰਗਤਾਂ ਦੇ ਵਿੱਚ ਆਣ ਕਰਕੇ ਦਰਸ਼ਨ ਬਖਸ਼ਦੇ ਨਹੀਂ ਹਨ। ਇਸ ਤਰੀਕੇ ਦੇ ਨਾਲ ਸੰਗਤਾਂ ਦੇ ਵਿੱਚ ਸੋ ਉਦਾਸੀ ਹੈ ਕਿ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਵਾਨ ਵਿੱਚ ਨਹੀਂ ਆ ਕੇ ਦਰਸ਼ਨ ਬਖਸ਼ਦੇ। ਉਧਰ ਕਵੀ ਜੀ ਨੇ ਚੌਥੇ ਪਾਤਸ਼ਾਹ ਜੀ ਦੀ ਇਹ ਕਥਾ ਸ਼ੁਰੂ ਕੀਤੀ ਹੈ ਤੇ ਮੰਗਲਾਚਰਨ ਕੀਤੇ ਨੇ ਦਸਾਂ ਗੁਰੂਆਂ ਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਫਿਰ ਸ਼ਾਰਦਾ ਦਾ ਮੰਗਲ ਆਦਿ, ਸੰਤਾਂ ਦਾ ਮੰਗਲ ਆਦਿ ਕਰਕੇ ਗੁਰੂ ਪਾਤਸ਼ਾਹ ਦੀ ਪਵਿੱਤਰ ਕਥਾ ਜੋ ਹੈ ਉਹ ਆਰੰਭ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ। ਤੋ ਅਸੀਂ ਇਸ ਤਰੀਕੇ ਦੇ ਨਾਲ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਆਪ ਕਿਰਪਾ ਕੀਤੀ ਹੈ, ਜਿਸ ਤਰੀਕੇ ਦੇ ਨਾਲ ਸੰਗਤਾਂ 'ਤੇ ਬਖਸ਼ਿਸ਼ਾਂ ਕਰਦੇ ਹਨ। ਕਵੀ ਸੰਤੋਖ ਸਿੰਘ ਜੀ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਇਸ ਮਹਾਨ ਪਵਿੱਤਰ ਕੌਤਕਾਂ ਨੂੰ ਸੋ ਦਰਜ ਕਰ ਰਹੇ ਨੇ। ਆਓ ਪਿਆਰ ਪੂਰਵਕ ਸਾਹਿਬ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਅੰਤਰਜਾਮੀ ਦਾਤਾਰ ਪਾਤਸ਼ਾਹ ਜੀ ਦੀ ਵਡਿਆਈ ਜੋ ਹੈ ਉਸ ਨੂੰ ਇਤਿਹਾਸ ਵਿੱਚੋਂ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਜਹ ਬੈਠੇ ਤਹ ਬੈਠੇ ਰਹਿ। ਜਿੱਥੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਪ੍ਰੇਮ ਦੀ ਅਵਸਥਾ ਹੈ, ਹਜੂਰ ਪਾਤਸ਼ਾਹ ਐਸੀ ਲਗਨ ਵਿੱਚ ਹਨ, ਜਿੱਥੇ ਬੈਠੇ ਨੇ ਉੱਥੇ ਬੈਠੇ ਰਹਿੰਦੇ ਹਨ। ਜਿਤ ਦੇਖਤ ਤਿਤ ਦਿਸ ਕੋ ਲਹੈ। ਜਿੱਧਰ ਮਹਾਰਾਜ ਜੀ ਧਿਆਨ ਕਰਦੇ ਨੇ ਉਧਰੇ ਧਿਆਨ ਟਿਕਾਈ ਰੱਖਦੇ ਆ। ਠਾਂਡੇ ਰਹਿ ਕੇ ਪੌੜਹਿ ਕਬੈ। ਮੌਜ ਦੇ ਮਾਲਕ ਹਨ, ਜੇ ਖੜੇ ਤੇ ਖੜੇ ਹੀ ਹਨ, ਜੇ ਮਹਾਰਾਜ ਜੀ ਬਿਰਾਜਮਾਨ ਹੁੰਦੇ ਤੇ ਲੇਟੇ ਰਹਿੰਦੇ ਹਨ। ਕਿਤਕ ਕਾਲ ਥਿਰਤਾ ਗਹਿ ਤਬੈ। ਤੋ ਕਿਤਨਾ ਕੁ ਸਮਾਂ ਇਹੋ ਮਹਾਰਾਜ ਟਿਕੇ ਜਦੋਂ ਪ੍ਰਿਥਿਆ ਮਹਾਦੇਵ ਸ੍ਰੀ ਅਰਜਨ। ਇਸ ਪ੍ਰਕਾਰ ਸੋ ਪ੍ਰਿਥੀ ਚੰਦ ਮਹਾਦੇਵ ਅਰਜਨ ਦੇਵ ਸਾਹਿਬ ਜੀ ਬੰਦਹਿ ਚਰਨ ਬੁਲਾਵਹਿ ਤਿਸ ਛਿਨ। ਤੋ ਆਣ ਕੇ ਸਤਿਗੁਰੂ ਪਿਤਾ ਜੀ ਨੂੰ ਨਮਸਕਾਰਾਂ ਕਰਦੇ ਹਨ ਤੇ ਬੁਲਾਉਂਦੇ ਹਨ। ਦੇ ਧੀਰਜ ਤਿਨ ਬੋਲਹਿ ਥੋਰਾ। ਉਹਨਾਂ ਨੂੰ ਧੀਰਜ ਦਿੰਦੇ, ਹੌਸਲਾ ਦਿੰਦੇ, ਪਰ ਥੋੜਾ ਹੀ ਬੋਲਦੇ ਹਨ, ਬਚਨ ਜ਼ਿਆਦਾ ਨਹੀਂ ਕਰਦੇ ਹਨ। ਬੈਠੇ ਰਹੇ ਪਰਹਿ ਇੱਕ ਠੌਰਾ। ਮੇਰੇ ਸਤਿਗੁਰੂ ਬੈਠੇ ਰਹਿੰਦੇ ਹਨ, ਇੱਕ ਥਾਂ ਤੇ ਟਿਕੇ ਰਹਿੰਦੇ ਹਨ ਗੁਰੂ ਰਾਮਦਾਸ ਜੀ। ਮਤ ਗਤ ਭਈ ਅਪਰ ਬਿਦ ਸਾਰੀ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਸੋ ਇਹ ਮਸਤ ਦਸ਼ਾ ਜੋ ਹੈ ਇਹ ਹੋਈ ਹੈ। ਰਹਿ ਇਕਾਂਕੀ ਬਿਨਾ ਚਿਨਾਰੀ। ਬਿਨਾਂ ਕਿਸੇ ਦੀ ਜਾਣ ਪਛਾਣ ਤੋਂ ਇਕਾਂਤ ਵਿੱਚ ਆਨੰਦ ਮਾਣਦੇ ਹਨ। ਕਬਹਿ ਪ੍ਰੇਮ ਕੋ ਬਹਿ ਪ੍ਰਵਾਹੂ। ਤੇ ਕਦੇ ਕਦੇ ਸੋ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ, ਮਾਲਕ ਦੀ ਯਾਦ ਵਿੱਚ ਜੁੜਦੇ ਹਨ। ਜਦੋਂ ਬਾਣੀ ਰਚਹਿ ਗੁਰੂ ਛਿਨ ਤਾਹੂ। ਜਦੋਂ ਐਸੀ ਵੈਰਾਗਮਈ ਅਵਸਥਾ ਬਣ ਜਾਂਦੀ ਉਸ ਵੇਲੇ ਧੁਰ ਕੀ ਬਾਣੀ ਦੀ ਰਚਨਾ ਕਰਦੇ ਹਨ ਸਤਿਗੁਰੂ ਜੀ। ਵਿੱਚ ਰਾਗਨ ਕੇ ਸ਼ਬਦ ਬਨਾਵਹਿ। ਵੱਖਰੇ ਵੱਖਰੇ ਰਾਗਾਂ ਦੇ ਵਿੱਚ ਸੁੰਦਰ ਬਾਣੀ ਦੇ ਸ਼ਬਦ ਉਚਾਰਨ ਕਰਦੇ ਹਨ। ਮਦਰ 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 ਮੁਖ ਤੇ ਧੁਨ ਗਾਵਹਿ। ਤੇ ਮਿੱਠੀ ਮਿੱਠੀ ਧੁੰਦ ਨਾਲ ਮੁਖ ਤੋਂ ਫਿਰ ਪਵਿੱਤਰ ਬਾਣੀ ਦੇ ਸ਼ਬਦ ਗਾਉਂਦੇ ਹਨ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਹੈ। ਬਾਹਰ ਭਇਓ ਸਿੱਖਨ ਮਹਿਰੌਰਾ। ਬਾਹਰ ਹੁਣ ਗੁਰੂ ਦੀਆਂ ਸਿੱਖ ਸੰਗਤਾਂ ਨਿਤ ਦਰਸ਼ਨ ਕਰਨੇ, ਦੀਵਾਨਾਂ ਵਿੱਚ ਮਹਾਰਾਜ ਨੇ ਦਰਸ਼ਨ ਦੇਣੇ। ਸੰਗਤਾਂ ਨੇ ਸੋ ਜੋ ਮਨ ਵਾਂਛਿਤ ਫਲ ਪ੍ਰਾਪਤ ਕਰਨ ਵਾਸਤੇ ਅਰਦਾਸਾਂ ਬੇਨਤੀਆਂ ਕਰਨੀਆਂ। ਸਿੱਖ ਸੰਗਤਾਂ ਦੇ ਵਿੱਚ ਬੜਾ ਇਸ ਗੱਲ ਦਾ ਰੌਲਾ ਪਿਆ ਹੈ ਕਿ ਮੇਰੇ ਸਤਿਗੁਰੂ ਪਾਤਸ਼ਾਹ ਕਿਉਂ ਨਹੀਂ ਸਾਨੂੰ ਦਰਸ਼ਨ ਬਖਸ਼ਦੇ ਹਨ। ਗੁਰੂ ਨ ਆਏ ਬਾਹਰ ਕੀ ਠੌਰਾ। ਇੱਧਰ ਬਾਹਰ ਸੰਗਤਾਂ ਦੇ ਵਿੱਚ ਦੀਵਾਨ ਸਥਾਨ ਤੇ ਸੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਆਉਂਦੇ ਨਹੀਂ ਹਨ। ਸੱਚਨ ਸੱਚ ਮਾਨਕ ਚੰਦ ਜੋਏ। ਤੋ ਸੱਚਨ ਸੱਚ ਗੁਰੂ ਦੇ ਸਿੱਖ ਭਾਈ ਮਾਨਕ ਚੰਦ ਜੀ
ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਗੁਰੂ ਅਮਰਦਾਸ ਨੇ ਬਖਸ਼ੀਆਂ ਸਨ। ਡੱਲੇ ਵਾਸੀ ਸਿੱਖ ਸਭ ਕੋਏ, ਤੇ ਜਿਤਨੇ ਡੱਲੇ ਦੇ ਨਿਵਾਸੀ ਸਮੂਹ ਸਿੱਖ ਸਨ ਬ੍ਰਹਮ ਗਿਆਨੀ ਤਤ ਬੇਤੇ ਸੰਗਤਾਂ। ਸਾਵਣ ਮਲ ਅਰ ਮਾਈ ਦਾਸ, ਮਾਈ ਦਾਸ ਵੈਸ਼ਨੂ ਸੀ ਜਿਹੜਾ ਸਾਵਣ ਮਲ ਜੀ ਮਹਾਰਾਜ ਦੇ ਭਤੀਜੇ ਜਿਹੜੇ ਸਨ। ਇਹ ਮਹਾਰਾਜ ਨੇ ਇਹਨਾਂ ਦੀਆਂ ਡਿਊਟੀਆਂ ਲਾਈ ਸਨ ਸਿੱਖੀ ਪ੍ਰਚਾਰ ਦੀਆਂ। ਗੰਗੋ ਬਸੀ ਖੱਤਰੀ ਦਾਸ, ਤੋ ਗੰਗੋ ਬਸੀ ਹੈ ਖੱਤਰੀ ਜਿਹੜਾ ਹੈ। ਇਸ ਪ੍ਰਕਾਰ ਦਾਸ ਸੇਵਕ ਜਿਹੜੇ ਹਨ। ਮਥੋ ਮਰਾਰੀ ਇਹ ਚੱਲ ਆਏ, ਮਥੋ ਮੁਰਾਰੀ ਦਾ ਖਿਤਾਬ ਜਿਹੜਾ ਦਿੱਤਾ ਸੀ ਮੇਰੇ ਸਤਿਗੁਰਾਂ ਨੇ, ਇਹ ਸਾਰੇ ਚੱਲ ਕੇ ਆਏ ਮਹਾਰਾਜ ਦੇ ਚਰਨਾਂ ਹਜ਼ੂਰੀ ਵਿੱਚ। ਫਿਰਿਆ ਕਟਾਰਾ ਸਿੱਖ ਸਮੁਦਾਏ, ਫਿਰਿਆ ਕਟਾਰਾ ਸਿੱਖ ਜਿਹੜੇ ਸਨ ਮਹਾਰਾਜ ਨੇ ਇਲਾਕੇ ਵਿੱਚ ਪ੍ਰਚਾਰ ਲਈ ਡਿਊਟੀ ਲਾਈ ਸੀ ਤੇ ਜੋਗੀਆਂ ਨੂੰ ਭਜਾਇਆ ਸੀ, ਤੇ ਉਹ ਵੀ ਮੇਰੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ ਹਨ। ਖੇਡਾ ਸੋਇਰੀ ਦਿਜਬਰ ਤਹਾਂ, ਇਸ ਪ੍ਰਕਾਰ ਸੋ ਇੱਕ ਭਾਈ ਖੇਡਾ ਸੋਇਨੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਇਹ ਇਹਨਾਂ ਦੀ ਜਾਤ ਸੀ। ਇਸ ਪ੍ਰਕਾਰ ਉਹ ਸੀ। ਇਸ ਪ੍ਰਕਾਰ ਇਹ ਦਿਜਬਰ ਇਹ ਜਿਹੜਾ ਬ੍ਰਾਹਮਣ ਸੀ ਉਹ ਆਇਆ ਚੱਲ ਕੇ। ਬੇਨੀ ਪੰਡਤ ਪ੍ਰੇਮੀ ਮਹਾ, ਤੇ ਇਹ ਜਿਹੜਾ ਪੰਡਤ ਬੇਣੀ ਆਇਆ ਸੀ ਦਿਗਵਜਾਈ ਪੰਡਤ, ਤੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਸਾਰੇ ਆਪਣੇ ਗ੍ਰੰਥ ਬਿਆਸਾ 'ਚ ਰੋੜ ਕਰਕੇ ਗੁਰੂ ਦਾ ਸਿੱਖ ਬਣਿਆ। ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰੂ ਨੇ ਬਖਸ਼ੀ, ਸਿੱਖੀ ਦਾ ਪ੍ਰਚਾਰਕ ਹੋਇਆ। ਇਹ ਵੀ ਆਇਆ ਗੁਰੂ ਚਰਨਾਂ ਵਿੱਚ। ਆਦ ਹਿੰਦਾਲ ਵਾਹਰ ਕੇ ਸਾਰੇ, ਤੇ ਹਿੰਦਾਲ ਆਦਿਕ ਸਿੱਖ ਜਿਹੜੇ ਨੇ ਇਹ ਸਾਰੇ ਆਏ ਨੇ। ਇਹ ਭਾਈ ਹਿੰਦਾਲ ਜਿਹੜਾ ਹੈ ਇਹ ਜੰਡਿਆਲੇ ਦਾ ਹੋਇਆ, ਜਿਹੜਾ ਜੰਡਿਆਲਾ ਗੁਰੂ ਜੰਡਿਆਲਾ ਵੱਜਦਾ ਅੰਮ੍ਰਿਤਸਰ ਦੇ ਨੇੜੇ। ਇਹ ਆਪ ਤਾਂ ਧੰਨ ਸਤਿਗੁਰੂ ਪਾਤਸ਼ਾਹ ਦਾ ਬਹੁਤ ਪ੍ਰੇਮੀ ਸਿੱਖ ਸੀ ਤੇ ਮਹਾਨ ਸੇਵਕ ਸੀ। ਬਾਅਦ ਵਿੱਚ ਇਹਨਾਂ ਦੀ ਔਲਾਦ ਜਿਹੜੀ ਸੀ ਉਹ ਗੁਰੂ ਘਰ ਨਾਲ ਵਿਗੜੀ। ਹਿੰਦਾਲੀਏ ਸਿੱਖਾਂ ਨੇ ਫਿਰ ਜਨਮ ਸਾਖੀ ਦੇ ਵਿੱਚ ਫਰਕ ਆਦਿਕ ਪਾਇਆ ਸੀ। ਬਾਸੇ ਗੋਇੰਦਵਾਲ ਮਝਾਰੇ, ਸਾਰੇ ਆਣ ਕੇ ਗੋਇੰਦਵਾਲ ਸਾਹਿਬ ਵਿੱਚ ਵਾਸਾ ਕੀਤਾ ਦਰਸ਼ਨਾਂ ਵਾਸਤੇ ਗੁਰੂ ਦਿਆਂ ਨੂੰ। ਮੋਹਨ ਅਪਰ ਮੋਹਰੀ ਦੋ, ਤੇ ਮੋਹਨ ਤੇ ਮੋਹਰੀ ਜੀ ਦੋਨੋਂ ਭਰਾ ਜਿਹੜੇ ਹਨ ਸਹਿਤ ਪੁੱਤਰ ਕੇ ਥਿਤ ਹੋਵੇ ਸੋ, ਆਣ ਕਰਕੇ ਸਤਿਗੁਰਾਂ ਦੇ ਪਾਸ ਟਿਕੇ ਹਨ। ਸਾਹਿਬ ਬਾਬਾ ਬੁੱਢਾ ਆਦ, ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਆਦ ਸਿੱਖ ਜਿਹੜੇ ਸਨ ਮਹਾਰਾਜ ਦੇ ਪਿਆਰੇ। ਬੈਠੇ ਹੈ ਸਕਲ ਬਾਬਲੀ ਠੌਰ, ਬੌਲੀ ਸਾਹਿਬ ਦੇ ਪਾਵਨ ਸਥਾਨ ਤੇ ਇਕੱਠੇ ਹੋ ਕੇ ਬੈਠਦੇ ਹਨ। ਚਿੰਤਮਾਨ ਚਿਤ ਮਹਿ ਅਤ ਸਾਰੇ, ਤੇ ਸਾਰੇ ਮਹਾਰਾਜ ਦੇ ਪਿਆਰੇ ਗੁਰਸਿੱਖ ਬੜੀ ਚਿੰਤਾ ਦੇ ਵਿੱਚ ਨੇ ਵੀ ਮਹਾਰਾਜ ਸਤਿਗੁਰੂ ਜੀ ਕੀ ਕੌਤਕ ਕਰ ਰਹੇ ਹਨ। ਗੁਰੂ ਨ ਆਵਹਿ ਬਾਹਰ ਦੁਆਰੇ, ਬਾਹਰ ਦੁਆਰੇ ਤੇ ਆ ਕੇ ਮਹਾਰਾਜ ਸੰਗਤਾਂ ਦੇ ਵਿੱਚ ਸੋਭਨੀਕ ਹੋ ਕੇ ਦਰਸ਼ਨ ਨਹੀਂ ਬਖਸ਼ਦੇ ਸਤਿਗੁਰੂ ਜੀ। ਇਹ ਕਿਆ ਤਿਨਹੁ ਹਿਰਦੇ ਮੈਂ ਠਾਨੀ, ਇਹ ਪਤਾ ਨਹੀਂ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਕੀ ਮਨ ਵਿੱਚ ਇਹ ਵਿਚਾਰ ਕੀਤੀ ਹੈ। ਬੈਠੇ ਬੀਚ ਨ ਦਰਸ਼ਨ ਦਾਨੀ, ਤੋ ਦਰਸ਼ਨਾਂ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਸੰਗਤਾਂ ਵਿੱਚ ਆਣ ਕੇ ਬੈਠਦੇ ਨਹੀਂ ਹਨ। ਪ੍ਰੇਰਨ ਕਰਿਓ ਬਿਰਧ ਕੋ ਸਭ ਹੂੰ, ਸਾਰੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਮਿਲ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਪ੍ਰੇਰਨਾ ਕੀਤੀ, ਬੇਨਤੀ ਕੀਤੀ ਹੈ ਕਿ ਬਾਬਾ ਜੀ ਤੁਸੀਂ ਹੀ ਕਿਰਪਾ ਕਰ ਦਿਓ, ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਤੁਹਾਡੇ ਤੇ, ਦਰਸ਼ਨ ਕਰਾਓ ਸਤਿਗੁਰਾਂ ਦੇ। ਅਨਹੁ ਬਾਹਰ ਜਾਹੋ ਤੁਮ ਅਬ ਹੂੰ, ਤੇ ਤੁਸੀਂ ਕਿਰਪਾ ਕਰੋ ਜਾ ਕਰਕੇ ਧੰਨ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਬਾਹਰ ਲਿਆਓ, ਜਿਸ ਤਰ੍ਹਾਂ ਸੰਨ ਲਾ ਕੇ ਗੁਰੂ ਅਮਰਦਾਸ ਨੂੰ ਲਿਆਂਦਾ ਸੀ ਸੰਗਤਾਂ ਵਿੱਚ। ਬਿਰਧ ਨੇ ਭੰਨਿਓ ਬਾਕ ਸੁਨ ਲੀਜੈ, ਤੇ ਬਾਬਾ ਬੁੱਢਾ ਸਾਹਿਬ ਜੀ ਭਾਈ ਅੱਗੇ ਵਿਚਾਰਵਾਨ ਹਨ, ਕਹਿਣ ਲੱਗੇ ਵੀ ਸੁਣੋ ਸਾਰੇ ਪ੍ਰੇਮੀਓ ਬਚਨ ਸੁਣੋ ਸਾਡਾ। ਅਨ ਬਨ ਮੇਰੋ ਗਮਨ ਜਨੀਜੈ, ਕਹਿੰਦੇ ਵੀ ਮੇਰਾ ਜਾਣਾ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਜਾਣਾ ਅਣਬਣੀ ਗੱਲ ਹੈ। ਇਹ ਵਿਚਾਰ ਕਰਕੇ ਦੇਖੋ। ਮੋਹਨ ਕੋ ਸੁਭਾਉ ਮਸਤਾਨੇ, ਕਹਿੰਦੇ ਨੇ ਦੇਖੋ ਗੁਰੂ ਦਾ ਸਾਹਿਬਜ਼ਾਦਾ ਭਾਈ ਮੋਹਨ ਹੈ, ਉਹਦਾ ਸੁਭਾਅ ਮਸਤਾਨਾ ਹੈ। ਖਾਨ ਲਾਭ ਬਹੁ ਕਹਿ ਬੇ ਜਾਣੇ, ਉਹਨਾਂ ਨੂੰ ਲਾਭ ਨਫੇ ਨੁਕਸਾਨ ਨਾ ਕੋਈ ਨਹੀਂ, ਉਹ ਵੱਧ ਘੱਟ ਬੋਲ ਜਾਂਦੇ ਹੈ। ਇਸ ਵਾਸਤੇ ਜੇ ਅਸੀਂ ਕੋਈ ਸੋ ਉਪਰਾਲਾ ਕਰਾਂਗੇ ਤੇ ਮੋਹਨ ਜਿਹੜਾ ਉਹ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਨਹੀਂ ਮੰਨਿਆ ਤੇ ਸਾਡਾ ਕੀ ਕਰੂਗਾ ਉਹ। ਇਸ ਵਾਸਤੇ ਕਹਿੰਦੇ ਇਹ ਗੱਲ ਠੀਕ ਨਹੀਂ ਮੇਰਾ ਜਾਣਾ। ਜਾਂ ਤੇ ਸਤਿਗੁਰ ਸੁਤ ਲੱਗ ਜਾਵੇ, ਇਸ ਵਾਸਤੇ ਸੋ ਗੁਰੂ ਦੇ ਸਾਹਿਬਜ਼ਾਦੇ ਮੋਹਰੀ ਜੀ ਜਾਣ ਮਹਾਰਾਜ ਸਤਿਗੁਰਾਂ ਦੀ ਹਜ਼ੂਰੀ ਵਿੱਚ। ਸੁਮਤ ਮੋਹਰੀ ਕਹਿ ਤਿਨ ਲਿਆਵੇ, ਸੋਹਣੀ ਮਤ ਨਾਲ ਪ੍ਰੇਰਨਾ ਕਰਕੇ ਬੇਨਤੀਆਂ ਕਰਕੇ ਗੁਰੂ ਸਾਹਿਬ ਨੂੰ ਬਾਹਰ ਲਿਆਉਣ। ਮੈਂ ਪੀ ਸੰਗ ਕਰੂੰ ਇਨਕੇਰਾ, ਤੇ ਬਾਬਾ ਜੀ ਕਹਿੰਦੇ ਵੀ ਮੈਂ ਵੀ ਇਹਨਾਂ ਦੇ ਨਾਲ ਸੰਗਤ ਕਰੂੰ, ਮੈਂ ਵੀ ਜਾਵਾਂਗਾ, ਪਰ ਮੂਹਰੇ ਅਸੀਂ ਗੁਰੂ ਦੇ ਸਾਹਿਬਜ਼ਾਦੇ ਨੂੰ ਲਾਉਣਾ ਹੈ। ਮਾਨੋ ਸੰਗਤ ਬਾਕ ਭਲੇਰਾ, ਤੇ ਤੁਸੀਂ ਇਸ ਪ੍ਰਕਾਰ
ਸੋ ਭਾਈ ਸੰਗਤ ਦਾ ਬਚਨ ਭਲੀ ਪ੍ਰਕਾਰ ਮੰਨੋ। ਸਬਨ ਮੋਹਰੀ ਸੋ ਜਬ ਕਹਿਓ, ਸਾਰੀ ਸੰਗਤ ਨੇ ਫਿਰ ਜਦੋਂ ਮੋਹਰੀ ਜੀ ਨੂੰ ਬੇਨਤੀ ਕੀਤੀ ਹੈ, ਆਵਹਿ ਮੋਹ ਗਏ ਤੇ ਲਹਿਓ, ਤੇ ਜਦੋਂ ਜਾਣਿਆ ਵੀ ਮੇਰੇ ਜਾਣ ਨਾਲ ਗੁਰੂ ਸਾਹਿਬ ਜੀ ਆ ਜਾਣਗੇ ਬਾਹਰ, ਕੁਸ਼ਕ ਸਿੱਖ ਅਰ ਬ੍ਰਿਧ ਕੋ ਲੈ ਕੇ, ਬਾਬਾ ਬੁੱਢਾ ਸਾਹਿਬ ਤੇ ਕੁਝ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਮੋਹਰੀ ਜੀ ਨੇ ਗੁਰ ਸਮੀਪ ਪਹੁੰਚੇ ਹਿਤ ਕਹਿ ਕੇ, ਤੇ ਸਤਿਗੁਰੂ ਪਾਤਸ਼ਾਹ ਜੀ ਦਾ ਹਿਤ ਪ੍ਰੇਮ ਕਰਕੇ ਗੁਰੂ ਸਾਹਿਬ ਦੇ ਹਜ਼ੂਰ ਪਹੁੰਚੇ ਹਨ। ਅੰਤਰ ਬੈਠੇ ਜਾਏ ਨਿਹਾਰੇ, ਅੰਤਰ ਜਾ ਕਰਕੇ ਦਰਸ਼ਨ ਕੀਤੇ ਜਿੱਥੇ ਮਹਾਰਾਜ ਜੀ ਸਮਾਧੀ ਸਥਿਤ ਬੈਠੇ ਸਨ। ਅਪਰ ਸੁਭਾਉ ਜਿਨਹੁ ਉਰ ਧਾਰੇ, ਤੋ ਸੰਗਤਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਤਿਗੁਰੂ ਮਹਾਰਾਜ ਨੇ ਸੁਭਾਅ ਕੁਝ ਹੋਰ ਧਾਰਨ ਕੀਤਾ ਹੋਇਆ ਹੈ। ਵਿਖੇ ਸਕਲ ਉਠ ਕਰ ਸਨਮਾਨੇ, ਮੇਰੇ ਸਤਿਗੁਰੂ ਪਾਤਸ਼ਾਹ ਜੀ ਸਾਰੀ ਸੰਗਤ ਦੇ ਦਰਸ਼ਨ ਕੀਤੇ, ਸਤਿਕਾਰ ਕੀਤਾ ਉੱਠ ਕੇ। ਮਿਲੇ ਪਰਸ ਪਰ ਬੰਧਨ ਠਾਨੇ, ਤੋ ਸਾਰਿਆਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਹੈ, ਮੇਲ ਮਿਲਾਪ ਕਰਕੇ ਬਚਨ ਕੀਤੇ ਹਨ। ਬਾਕ ਮੋਹਰੀ ਤਦਹਿ ਉਚਾਰੇ, ਮੋਹਰੀ ਜੀ ਨੇ ਫਿਰ ਬਚਨ ਕੀਤਾ ਸਤਿਗੁਰਾਂ ਨੂੰ, ਤੁਮ ਕਿਮ ਬੈਠੇ ਸਦਨ ਮਝਾਰੇ, ਇਹ ਮਹਾਰਾਜ ਤੁਸੀਂ ਗੁਰੂ ਸਰੂਪ ਹੋ ਸਾਡੇ, ਤੁਸੀਂ ਮਹਾਰਾਜ ਕਿਸ ਤਰੀਕੇ ਨਾਲ ਇਕਾਂਤ ਹੋ ਬੈਠੇ ਹੋ। ਸਤਿਗੁਰ ਪਿਤ ਨੇ ਨਿਜ ਅਸਥਾਨ, ਤੋ ਸਤਿਗੁਰੂ ਪਿਤਾ ਜੀ ਨੇ ਸਾਡਿਆਂ ਨੇ ਤੁਹਾਨੂੰ ਆਪਣੇ ਸਥਾਨ ਤੇ ਗੁਰਤਾ ਗੱਦੀ ਤੇ ਸੋਭਨੀਕ ਕੀਤਾ ਹੈ। ਤੁਮਹੁ ਬਿਠਾਇਸ ਕਰ ਸਨਮਾਨ, ਬੜੇ ਸਤਿਕਾਰ ਦੇ ਸਹਿਤ ਤੁਹਾਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ। ਜਿਮ ਸਿੱਖ ਸੰਗਤ ਤਿਨਹੁ ਉਧਾਰੇ, ਜਿਸ ਤਰ੍ਹਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਸਿੱਖ ਸੰਗਤਾਂ ਦਾ ਉਧਾਰ ਕੀਤਾ ਹੈ, ਤਿਮ ਤੁਮ ਕਰਹੁ ਬੈਠ ਇਹੋ ਕਾਰੇ, ਤੇ ਤੁਸੀਂ ਵੀ ਗੁਰਤਾ ਤੇ ਬੈਠ ਕਰਕੇ ਇਹੀ ਕੰਮ ਕਰੋ ਜੋ ਸਤਿਗੁਰਾਂ ਨੇ ਤੁਹਾਨੂੰ ਸੌਂਪਿਆ ਹੋਇਆ ਹੈ। ਸਭਨ ਮਹਿ ਬੈਠੋ ਹਰ ਖਾਵਹੁ, ਸਾਰੀ ਸੰਗਤ ਵਿੱਚ ਬੈਠ ਕਰਕੇ ਪ੍ਰਸੰਨ ਹੋਵੋ ਮਹਾਰਾਜ। ਉਪਦੇਸਹੁ ਸਤ ਨਾਮ ਜਪਾਵਹੁ, ਸਾਰੀ ਸੰਗਤ ਨੂੰ ਉਪਦੇਸ਼ ਦਿਓ, ਸੱਚੇ ਨਾਮ ਦਾ ਸਿਮਰਨ ਕਰਾਓ। ਜਿਮ ਗੁਰ ਕਹਿਓ ਬਾਕ ਤਿਮ ਮਾਨਹੁ, ਤੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਤੁਹਾਨੂੰ ਹੁਕਮ ਕੀਤਾ ਉਵੇਂ ਬਚਨ ਮੰਨੋ ਮਹਾਰਾਜ। ਤੁਸੀਂ ਉਦਾਸ ਇਕਾਂਤ ਹੋ ਕਰਕੇ ਬੈਠੋ ਨਾ, ਧੰਨ ਸਤਿਗੁਰਾਂ ਦਾ ਬਚਨ ਪਾਲੋ ਤੁਸੀਂ। ਸਤ ਸੰਗਤ ਮਤ ਇਮ ਪਹਿਚਾਨਹੁ, ਇਹ ਸਾਰੀ ਸੰਗਤ ਆਪ ਦੀ ਹਜ਼ੂਰੀ ਅਰਦਾਸ ਕਰਦੀ ਹੈ ਤੇ ਸਾਰੀ ਸੰਗਤ ਦਾ ਇਹੀ ਮਤਾ ਹੈ, ਮਹਾਰਾਜ ਪਛਾਣ ਲਓ। ਹਮ ਤੁਮ ਸਭ ਕਹੋ ਧਰਮ ਇਹੀ ਹੈ, ਸਾਡਾ ਸਾਰਿਆਂ ਦਾ, ਸਾਡਾ ਤੁਹਾਡਾ ਇਹੋ ਹੀ ਧਰਮ ਬਣਦਾ ਹੈ ਜੀ, ਫਰਜ਼ ਹੈ। ਗੁਰ ਆਗਿਆ ਸਿਰ ਧਰਨ ਸਹੀ ਹੈ, ਸਤਿਗੁਰਾਂ ਦੀ ਆਗਿਆ ਨੂੰ, ਗੁਰੂ ਦੇ ਹੁਕਮਾਂ ਨੂੰ ਸਿਰ ਧਾਰਨ, ਸਿਰ ਮੱਥੇ ਤੇ ਧਾਰ ਕੇ ਮੰਨੀਏ ਅਸੀਂ। ਸੁਨ ਗੁਰ ਰਾਮਦਾਸ ਇਨ ਬੈਨਾ, ਮੇਰੇ ਸਤਿਗੁਰੂ ਜੀ ਨੇ ਇਹਨਾਂ ਸੰਗਤਾਂ ਦੇ ਬਚਨ ਸੁਣੇ। ਪਰਮ ਪ੍ਰੇਮ ਤੇ ਜਲ ਭਰ ਨੈਣਾ, ਤੇ ਮਹਾਨ ਪਿਆਰ ਵਿੱਚ ਹਿਰਦਾ ਉਛਲਿਆ ਗੁਰੂ ਦੀ ਯਾਦ ਕਰਕੇ, ਨੇਤਰ ਭਰ ਆਏ ਹਨ ਮਹਾਰਾਜ ਦੇ। ਤੁਮ ਗੁਰ ਸੁਤ ਅਰ ਗੁਰ ਸਿੱਖ ਸਾਰੇ, ਕਹਿੰਦੇ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਹੋ ਮੋਹਰੀ ਜੀ, ਆ ਸਾਰੇ ਮੇਰੇ ਗੁਰੂ ਪਾਤਸ਼ਾਹ ਦੇ ਬ੍ਰਹਮ ਗਿਆਨੀ ਤਤਵੇ ਤੇ ਸਿੱਖ ਹਨ ਜੋ। ਮੈਂ ਨਿਤ ਹੂੰ ਅਨੁਸਾਰ ਤੁਮਾਰੇ, ਤਨ ਮੇਰੇ ਸਤਿਗੁਰੂ ਦੀ ਨਿਮਰਤਾ, ਕਹਿੰਦੇ ਵੀ ਅਸੀਂ ਸਦਾ ਹੀ ਤੁਹਾਡੇ ਅਨੁਸਾਰ ਹੀ ਹਾਂ। ਸੰਗਤ ਨੂੰ ਵਡਿਆਈ ਦਿੰਦੇ ਸਤਿਗੁਰੂ ਜੀ। ਸਾਦਰ ਬਚਨ ਮਾਨਬੋ ਮੋਹੇ, ਇਸ ਪ੍ਰਕਾਰ ਸਤਿਕਾਰ ਦੇ ਸਹਿਤ ਅਸੀਂ ਸੋ ਬਚਨ ਮੰਨਣਾ ਹੈ। ਮੋਹ ਕਹੋ ਮਹਾ ਧਰਮ ਇਹੋ ਹੋਏ, ਮੇਰਾ ਸਭ ਤੋਂ ਵੱਡਾ ਫਰਜ਼ ਇਹ ਬਣਦਾ ਹੈ ਕਿ ਸਤਿਗੁਰਾਂ ਦਾ ਬਚਨ ਮੰਨੀਏ ਅਸੀਂ। ਅਸ ਕਹਿ ਨਿਕਸੇ ਬਾਹਰ ਆਏ, ਇਉਂ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਮੇਰੇ ਸਤਿਗੁਰੂ ਜੀ ਬਾਹਰ ਸੰਗਤਾਂ ਵਿੱਚ ਆਏ ਹਨ। ਬੈਠ ਸਭਾ ਮਹਿ ਸੋਭ ਬਡਾਏ, ਸੰਗਤ ਵਿੱਚ ਬੈਠ ਕਰਕੇ ਸੋਭਾ ਵਧਾਈ ਮਹਾਰਾਜ ਨੇ ਸੰਗਤਾਂ ਦੀ। ਜਿਮ ਉਡਗਨ ਮੰਡਲ ਮਹਿ ਆਏ, ਜਿਸ ਤਰੀਕੇ ਦੇ ਨਾਲ ਤਾਰਿਆਂ ਦੀ ਸਭਾ ਲੱਗੀ ਹੋਵੇ ਤੇ ਉਹਦੇ ਵਿੱਚ ਆਏ ਹੁਣ। ਪੂਰਨ ਚੰਦ ਮਨਿੰਦ ਸੁਹਾਏ, ਪੂਰਨਮਾਸ਼ੀ ਦੇ ਚੰਦਰਮਾ ਦੀ ਨਿਆਈ ਆਣ ਕੇ ਮਹਾਰਾਜ ਸੋਭਾ ਪਾਈ। ਸੰਗਤਾਂ ਜੁੜੀਆਂ ਸਨ, ਤਤ ਬੇਤੇ ਬ੍ਰਹਮ ਗਿਆਨੀ ਗੁਰਸਿੱਖ ਸਭ ਸੰਗਤਾਂ ਮੌਜੂਦ ਸਨ, ਪਰ ਗੁਰੂ ਤੋਂ ਬਿਨਾਂ ਹਨੇਰਾ ਹੀ ਸੀ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਆ ਕਰਕੇ ਸੰਗਤਾਂ ਦੇ ਵਿੱਚ ਬਿਰਾਜਮਾਨ ਹੋ ਕੇ ਦਰਸ਼ਨ ਬਖਸ਼ੇ ਨੇ, ਹੁਣ ਮੇਰੇ ਸਤਿਗੁਰੂ ਜੀ ਚੰਦਰਮਾ ਦੀ ਨਿਆਈ ਸਭਨਾਂ ਤੇ ਸੋ ਚਾਂਦਨੀ ਦਾ ਪ੍ਰਕਾਸ਼ ਪਾਇਆ ਹੈ। ਸਭ ਸੰਗਤਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਕਿਦੋਂ ਬਿਮਨ ਸੈਨਾ ਕੇ ਮਾਹੇ, ਮਾਨੋ ਕਿ ਇਸ ਪ੍ਰਕਾਰ ਜਿਵੇਂ ਕੋਈ ਸੈਨਾ ਉਦਾਸ ਹੋਵੇ ਤੇ ਉਹਦੇ ਵਿੱਚ ਮਹਿ ਪਾਲਕ ਆਇਓ ਹੋ ਚਿਤ ਚਾਹੇ, ਤੇ ਬਹੁਤ ਚਿੱਤ ਉਤਸ਼ਾਹ ਕਰਕੇ ਜਿਵੇਂ ਰਾਜਾ ਆ ਗਿਆ ਹੋਵੇ ਉਦਾਸ ਫੌਜ ਦੇ ਵਿੱਚ। ਸਭਨ ਖਰੇ ਹੋਏ ਬੰਦਨ ਕੀਨ, ਸਭ ਸੰਗਤਾਂ ਨੇ ਖੜੇ ਹੋ ਕਰਕੇ ਗੁਰੂ ਦਾ ਸਤਿਕਾਰ ਕੀਤਾ, ਨਮਸਕਾਰ ਕੀਤੀ ਸਤਿਗੁਰਾਂ ਨੂੰ। ਅਰਪ ਉਪਾਇਨ ਸਗਰੀ ਦੀਨ, ਤੇ ਸਭਨਾਂ ਨੇ ਜੈਸੀ ਜੈਸੀ ਭਾਵਨਾ ਸਦ ਭੇਟਾ ਲਿਆਂਦੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭੇਟਾ ਅਰਪਣ ਕੀਤੀਆਂ ਨੇ। ਕਰ ਦਰਸ਼ਨ ਔਰ ਹਰਖੇ ਸਭੈ, ਤੇ ਮਹਾਰਾਜ ਦਾ ਦਰਸ਼ਨ ਕਰਕੇ ਸਭ ਨੂੰ ਖੁਸ਼ੀ ਪ੍ਰਾਪਤ ਹੋਈ ਹੈ। ਮਿਲਿਓ ਪ੍ਰਾਤ
ਰਾਤ ਰਵ ਕਮਲਨ ਅਬੈ। ਮਾਨੋ ਕਿ ਸਵੇਰ ਦਾ ਸਮਾਂ ਹੋਵੇ ਤੇ ਜਿਸ ਤਰ੍ਹਾਂ ਸੂਰਜ ਆਣ ਕਰਕੇ ਚੜ੍ਹਦਾ ਤੇ ਸਾਰੇ ਕਮਲਾਂ ਦਾ ਖੇੜਾ ਆ ਜਾਂਦਾ ਹੈ, ਇਉਂ ਸੰਗਤਾਂ ਦੇ ਚਿਹਰੇ ਖੜੇ ਦਰਸ਼ਨ ਕਰਕੇ। ਦੋਹਰਾ ਸਿੰਘਾਸਨ ਸੰਤੋਖ ਪਰ ਸਤ ਅਛਤਰ ਅਬਰਾਮ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਅਸਤੋਤਰ ਹੈ। 20 ਪਦਾਂ ਦਾ ਅਸਤੋਤਰ ਕਵੀ ਜੀ ਜਿਹੜਾ ਉਚਾਰਨ ਕਰਦੇ ਨੇ ਗੁਰੂ ਦੀ ਸੋਭਾ ਵਿੱਚ। ਬੜਾ ਸੁੰਦਰ ਅਲੰਕਾਰ ਬੰਨ੍ਹਦੇ ਹਨ ਤੋ ਉਚਾਰਨ ਕਰਦੇ ਹਨ। ਸੋ ਕਹਿੰਦੇ ਨੇ ਭਾਈ ਸਿੰਘਾਸਨ ਸੰਤੋਖ ਪਰ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਿੰਘਾਸਨ ਤੇ ਹੈ ਸੰਤੋਖ ਦਾ ਤੇ ਸਤ ਛਤਰ। ਮੇਰੇ ਸਤਿਗੁਰੂ ਪਾਤਸ਼ਾਹ ਦੇ ਸੀਸ ਸੱਚ ਦਾ ਹੀ ਛਤਰ ਜਿਹੜਾ ਅਬਰਾਮ ਸੁੰਦਰ ਜਿਹੜਾ ਹੈ ਇਹ ਫੱਬ ਰਿਹਾ ਹੈ। ਸਤਨਾਮ ਝੰਡਾ ਝੂਲਤ। ਮੇਰੇ ਸਤਿਗੁਰੂ ਪਾਤਸ਼ਾਹ ਦਾ ਸੱਚੇ ਨਾਮ ਦਾ ਝੰਡਾ ਝੂਲਦਾ ਨਿਸ਼ਾਨ ਸਾਹਿਬ। ਰਾਜਤ ਸਤਿਗੁਰ ਰਾਮ। ਰਾਮਦਾਸ ਸਤਿਗੁਰੂ ਜੀ ਇਉਂ ਫੱਬਦੇ ਆ ਭਾਈ। ਇਹ ਹੈ ਸੋਭਾ ਮੇਰੇ ਸਤਿਗੁਰਾਂ ਦੀ ਸ਼ੁਭ ਗੁਣਾਂ ਦੀ। ਲਸਮੀ ਭਗਤ ਵਿਸਾਲ ਤੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਜੋ ਭਗਤੀ ਹੈ ਇਹੋ ਹੀ ਮਹਾਰਾਜ ਦੇ ਪਾਸ ਮਹਾਨ ਲక్ష్ਮੀ ਹੈ, ਮਾਇਆ ਹੈ। ਗਿਆਨ ਮੁਕਟ ਦੁਤ ਧਾਮ। ਤੇ ਗਿਆਨ ਦਾ ਹੀ ਮੁਕਟ ਸ਼ੀਸ਼ ਦੇ ਉੱਤੇ ਮਹਾਰਾਜ ਨੇ ਧਾਰਨ ਕੀਤਾ ਹੋਇਆ ਹੈ। ਪੂਰਨ ਸਿੱਖ ਸੁਭ ਮਤ ਸਚਵ। ਮੇਰੇ ਜਿੰਨੇ ਸਤਿਗੁਰੂ ਪਾਤਸ਼ਾਹ ਜੀ ਦੇ ਪੂਰਨ ਬ੍ਰਹਮ ਗਿਆਨੀ ਸਿੱਖ ਨੇ ਇਹੋ ਹੀ ਵਜ਼ੀਰ ਨੇ ਮੇਰੇ ਸਤਿਗੁਰਾਂ ਦੇ। ਰਾਜਤ ਸਤਿਗੁਰ ਰਾਮ। ਰਾਮਦਾਸ ਸਤਿਗੁਰੂ ਜੀ ਇਉਂ ਫੱਬਦੇ ਭਾਈ ਸੋਭਾ ਮਹਾਰਾਜ ਦੀ ਇਸ ਵੇਲੇ। ਮੈਤਰੀ ਧ੍ਰਿਤ ਕਰੁਣਾ ਖਿਮਾ। ਤੋ ਇਸ ਪ੍ਰਕਾਰ ਮੈਤਰੀ ਹੈ ਧ੍ਰਿਤ ਧੀਰਜ ਧਾਰਨ ਕਰਨਾ ਖਿਮਾ ਆਦਿ ਇਹ ਜਿਹੜੇ ਸ਼ੁਭ ਗੁਣ ਹਨ। ਮੁਦਤਾ ਆਠੋ ਜਾਮ। ਤੇ ਮੁਦਤਾ ਪ੍ਰਸੰਨ ਰਹਿਣਾ, ਅੱਠੇ ਪੈਰ ਹੀ ਜਿਹੜਾ ਖੁਸ਼ ਰਹਿਣਾ ਹੈ। ਸੰਦਨ ਕੀ ਸੈਨਾ ਸਹਿਤ। ਇਹ ਮਹਾਰਾਜ ਦੀ ਰਥਾਂ ਦੀ ਸੈਨਾ ਸਿਅੰਦਨ, ਰਥਾਂ ਦੀ ਫੌਜ ਆ ਮਹਾਰਾਜ ਦੀ। ਇਹ ਸ਼ੁਭ ਜਿਹੜੇ ਲੱਛਣ ਹਨ, ਗੁਣ ਹਨ। ਰਾਜਤ ਸਤਿਗੁਰ ਰਾਮ। ਧੰਨ ਗੁਰੂ ਰਾਮਦਾਸ ਜੀ ਰਾਜਤ ਫੱਬ ਰਹੇ ਨੇ, ਰਾਜ ਭਾਗ ਇਸ ਪ੍ਰਕਾਰ ਸੰਭਾਲ ਰਹੇ ਹਨ। ਸਾਰਾ ਸਾਰ ਵਿਚਾਰ ਬਰ। ਸ੍ਰੇਸ਼ਟ ਜੋ ਸਾਰ ਅਸਾਰ, ਸੱਚ ਤੇ ਝੂਠ ਦੀ ਜੋ ਵਿਚਾਰ ਕਰਨੀ ਹੈ। ਦਿੜ ਵੈਰਾਗ ਅਬਰਾਮ। ਜਿਹੜਾ ਵੈਰਾਗ ਸੁੰਦਰ ਦ੍ਰਿੜ ਪੱਕਾ ਹਿਰਦੇ 'ਚ ਕਰ ਲੈਣਾ ਹੈ। ਜੋਗ ਧਰਮ ਗੱਜ ਚਮੂ ਇਹੋ। ਤੋ ਜਿਹੜਾ ਇਸ ਪ੍ਰਕਾਰ ਜੁੜੇ ਰਹਿਣਾ ਪਰਮੇਸ਼ਵਰ ਵਿੱਚ, ਇਹ ਯੋਗ ਧਰਮ ਜਿਹੜਾ ਧਾਰਨ ਕਰਨਾ, ਇਹ ਗਜ ਹਾਥੀਆਂ ਦੀ ਫੌਜ ਹੈ। ਰਾਜਤ ਸਤਿਗੁਰ ਰਾਮ। ਫੱਬਦੇ ਨੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਰਾਜ ਕਰ ਰਹੇ ਹਨ ਰਾਜੇ। ਸਮਦਮ ਜੋਗ ਸੋ ਨੇਮ ਜਮ। ਜਿਹੜੇ ਯੋਗਾ ਅਭਿਆਸ ਦੇ ਸਮਦਮ ਸਾਧਨ ਹਨ ਸਾਰੇ ਨੇਮ ਆਦਿਕ। ਉਪਰਤ ਤਤਖਿਆ ਨਾਮ। ਉਪਰਾਮ ਧਾਤ ਤਿਥਿਆ ਜਿਹੜੇ ਇਹ ਸ਼ੁਭ ਗੁਣ ਹਨ ਯੋਗ ਦੇ। ਸਭ ਤਰੰਗ ਕੀ ਬਾਹਨੀ। ਇਹ ਮੇਰੇ ਸਤਿਗੁਰੂ ਘੋੜਿਆਂ ਦੀ ਫੌਜ ਹੈ ਗੁਰੂ ਰਾਮਦਾਸ ਦੀ। ਰਾਜਤ ਸਤਿਗੁਰ ਰਾਮ। ਧੰਨ ਮੇਰੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਇਉਂ ਰਾਜਾ ਰੂਪ ਹੋ ਕੇ ਫੱਬਦੇ ਹਨ। ਸ਼ਰਧਾ ਸੋਚ ਸੋ ਬੁੱਧ ਬਰ। ਸੁੰਦਰ ਸ੍ਰੇਸ਼ਟ ਬੁੱਧ ਹੈ, ਸ਼ਰਧਾ ਤੇ ਪਵਿੱਤਰਤਾ ਜੋ ਹੈ ਮਹਾਰਾਜ ਦੇ ਸ਼ੁਭ ਗੁਣ ਹਨ। ਸਭ ਸ਼ੁਭ ਕਰਮ ਬੇਰਾਮ। ਤੇ ਸਾਰੇ ਹੀ ਜਿਹੜੇ ਸ਼ੁਭ ਕਰਮ ਮਹਾਰਾਜ ਵਿੱਚ ਟਿਕਦੇ ਹਨ। ਭਉ ਤਪ ਭਾਉ ਜੋ ਪੈਕ ਦਲ। ਇਸ ਪ੍ਰਕਾਰ ਪੈਦਲ ਫੌਜ ਹੈ ਜੋ ਤਪ ਕਰਨੀ ਹੈ, ਇਸ ਪ੍ਰਕਾਰ ਸੇਵਾ ਕਰਨੀ ਹੈ। ਇਹ ਪੈਕ ਦਲ ਪੈਦਲ ਫੌਜ ਮਹਾਰਾਜ ਦੀ। ਰਾਜਤ ਸਤਿਗੁਰ ਰਾਮ। ਧੰਨ ਗੁਰੂ ਰਾਮਦਾਸ ਜੀ ਇਹਨਾਂ ਫੌਜਾਂ ਦੇ ਨਾਲ ਸ਼ੋਭਾ ਪਾਉਂਦੇ ਨੇ। ਪ੍ਰੇਮ ਬਲੀ ਸੈਨਾਪਤੀ। ਤੋ ਜਿਹੜਾ ਮਹਾਰਾਜ ਦਾ ਬਲੀ ਮਹਾਨ ਪ੍ਰੇਮ ਹੈ ਨਾ ਪਰਬਲ, ਇਹੋ ਹੀ ਵੱਡਾ ਸੈਨਾਪਤੀ ਹੈ ਮਹਾਰਾਜ ਦੀ ਫੌਜ ਦਾ। ਹਰ ਕੀਰਤਨ ਅਬਰਾਮ। ਤੇ ਜਿਹੜਾ ਹਰੀ ਦਾ ਕੀਰਤਨ ਸੁੰਦਰ ਕਰਨਾ ਹੈ। ਦੁੰਦਬ ਇਹੋ ਨਿਰਭੈ ਭਜਨ। ਨਿਰਭੈਤਾ ਦੇ ਸਹਿਤ ਇਹੋ ਹੀ ਧੌਂਸਾ ਵੱਜਦਾ ਮਹਾਰਾਜ ਦਾ ਕੀਰਤਨ ਗੱਜ ਕੇ ਹੁੰਦਾ ਜਿਹੜਾ। ਰਾਜਤ ਸਤਿਗੁਰ ਰਾਮ। ਮੇਰੇ ਧੰਨ ਸਤਿਗੁਰੂ ਜੀ ਇਉਂ ਸਿੰਘਾਸਨ ਸੰਤੋਖ ਦੇ ਉੱਤੇ ਰਾਜਤ ਫੱਬ ਰਹੇ ਨੇ। ਮੋਹ ਛਤਰ ਮਨ ਦੇਸ ਮਹਿ। ਤੋ ਕਹਿੰਦੇ ਜਿਹੜਾ ਦੁਸ਼ਮਣ ਹੈ ਨਾ ਮੋਹ, ਇਹਦਾ ਜਿਹੜਾ ਦੇਸ਼ ਹੈ। ਰਾਜ ਕਰਤ ਰਚ ਰਤਾਮ। ਜਿਹੜਾ ਇਸ ਪ੍ਰਕਾਰ ਬੜਾ ਭਾਰੀ ਧਾਮ ਰਚ ਕੇ ਹਿਰਦਾਂ ਦੇ ਵਿੱਚ ਰਾਜ ਕਰਦਾ ਸੀ ਮੋਹ ਰੂਪ ਦੁਸ਼ਮਣ। ਮਾਰ ਸ਼ਾਰ ਪ੍ਰਜੈ ਕਰਿਓ। ਉਸ ਨੂੰ ਮਾਰ ਕੇ ਸੁਆਹ ਕਰਕੇ ਪਰਾਜੈ ਹਰਾ ਦਿੱਤਾ ਮਹਾਰਾਜ ਸਤਿਗੁਰੂ ਜੀ ਨੇ। ਕਾਮ ਕ੍ਰੋਧ ਲੋਭ ਮੋਹ ਮਾਰ ਕੰਡੇ ਤੁਧ ਸਾਹ ਪਰਵਾਰਿਆ, ਸਾਰੇ ਮਹਾਰਾਜ ਦੂਰ ਕੀਤੇ ਹਨ। ਰਾਜਤ ਸਤਿਗੁਰ ਰਾਮ। ਇਉਂ ਫੱਬਦੇ ਨੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਭਾ ਸਹਿਤ। ਕਾਮ ਕ੍ਰੋਧ ਅਰ ਲੋਭ ਭਟ। ਇਹ ਜਿਹੜੇ ਕਾਮ ਕ੍ਰੋਧ ਲੋਭ ਦੇ ਸੂਰਮੇ ਹਨ। ਵੱਡ ਹੰਕਾਰ ਜਿਨ ਨਾਮ। ਵੱਡਾ ਹੰਕਾਰ ਆਦਿਕ ਜਿਹਨਾਂ ਦੇ ਨਾਮ ਹਨ ਇਹਨਾਂ ਵਿਕਾਰਾਂ ਦੇ। ਹਤ ਸੈਨਾਪਤ ਮੋਹ ਕੇ। ਇਹ ਮੋਹ ਜਿਹੜਾ ਇਹ ਸੈਨਾਪਤੀ ਦੀ ਫੌਜ ਹੈ। ਇਹਦੇ ਵਿੱਚ ਕਵੀ ਜੀ ਬੜਾ ਸੁੰਦਰ ਪ੍ਰਬੋਧ ਚੰਦਰ ਨਾਟਕ ਦੇ ਅੰਦਰ ਇਸ ਨੂੰ ਬੜਾ ਵਿਸਥਾਰ ਦੇ ਸਹਿਤ ਦਿਖਾਇਆ ਗਿਆ। ਪਹਿਲੇ ਵਿਵੇਕ ਦੀ ਫੌਜ ਹੈ ਜਿਹਦਾ ਜ਼ਿਕਰ ਆਇਆ ਸ਼ੁਭ ਗੁਣ।
ਦੂਸਰੀ ਹੈ ਮੋਹ ਦੀ ਫੌਜ। ਹੁਣ ਵਿਵੇਕ ਦੀ ਫੌਜ ਨੇ ਜਿਸ ਤਰ੍ਹਾਂ ਮੋਹ ਦੀ ਫੌਜ ਨੂੰ ਦੂਰ ਕੀਤਾ, ਹਰਾਇਆ ਹੈ, ਉਸ ਦਾ ਜ਼ਿਕਰ ਹੋ ਰਿਹਾ ਹੈ। ਰਾਜਤ ਸਤਿਗੁਰ ਰਾਮ ਫੱਬਦੇ ਨੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਤਰ੍ਹਾਂ ਔਗਣਾਂ ਨੂੰ ਦੂਰ ਕਰਦੇ ਨੇ ਗੁਰਸਿੱਖਾਂ ਦੇ ਹਿਰਦਿਆਂ ਵਿੱਚੋਂ। ਹਿੰਸਾ ਮ੍ਰਿਖਾ ਸੋ ਦਵੈਸਤਾ ਤੋ ਜਿਹੜਾ ਇਸ ਪ੍ਰਕਾਰ ਹੰਕਾਰ ਹੈ, ਹਿੰਸਾ, ਜੀਵ ਹੱਤਿਆ ਆਦਿ ਕਰਨੀ, ਦਵੈਸ਼ ਈਰਖਾ ਕਰਨੀ ਜਿਹੜੀ ਹੈ, ਆਸਾ ਤ੍ਰਿਸ਼ਨਾ ਨਾਮ ਆਸਾ ਤ੍ਰਿਸ਼ਨਾ ਨਾਮ ਹਨ ਜਿਹਨਾਂ ਦੇ, ਰਿਪ ਵਿਕਾਰ ਜਨਤਾ ਹਤੀ ਇਹ ਜਿਹੜਾ ਵਿਕਾਰ ਰੂਪ ਦੁਸ਼ਮਣ ਹੈ ਉਹਦੀ ਜਨਤਾ ਨੂੰ ਨਾਸ਼ ਕੀਤਾ ਮਹਾਰਾਜ ਨੇ। ਰਾਜਤ ਸਤਿਗੁਰ ਰਾਮ ਇਉਂ ਫੱਬਦੇ ਨੇ ਧੰਨ ਗੁਰੂ ਰਾਮਦਾਸ ਦੀ ਐਵੇਂ ਨਹੀਂ ਸੋਭਾ ਹੈ। ਇਤਨੇ ਗੁਣਾਂ ਦੇ ਮਾਲਕ ਹਨ ਮੇਰੇ ਸਤਿਗੁਰੂ ਜੀ। ਸੂਪ ਨਖਾ ਅਰ ਤਾਰਕਾ ਜਿਹੜੀ ਇਸ ਪ੍ਰਕਾਰ ਸਰੂਪ ਨਖਾ ਤੇ ਤਾਰਕਾ ਜਿਹੜੀ ਇਸ ਪਰ ਰਾਖਸ਼ਣੀ ਹੋਈਆਂ ਹਨ, ਜੇ ਮਹਤ ਰਾਜਾ ਰਾਮ ਜਿਸ ਤਰ੍ਹਾਂ ਭਗਵਾਨ ਰਾਜਾ ਰਾਮ ਜੀ ਨੇ ਇਹਨਾਂ ਦਾ ਨਾਸ਼ ਕੀਤਾ ਸੀ। ਹੰਤਾ ਮਮਤਾ ਤਿਮ ਹਤੀ ਇਸੇ ਤਾਂ ਹੰਗਤਾ ਤੇ ਮਮਤਾ ਇਉਂ ਗੁਰੂ ਰਾਮਦਾਸ ਨੇ ਨਾਸ਼ ਕੀਤੀ ਆ ਸਿੱਖਾਂ ਦੇ ਹਿਰਦਿਆਂ ਚੋਂ। ਰਾਜਤ ਸਤਿਗੁਰ ਰਾਮ ਫੱਬਦੇ ਨੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੁੰਦਰ ਸਿੰਘਾਸਣ ਤੇ ਸੋਭਨੀਕ ਹੋ ਕੇ। ਮਤ ਸਰ ਕਪਟ ਅਸੂਤਾ ਜਿਹੜਾ ਇਸ ਪਰ ਈਰਖਾ ਆਦਿ ਕਰਨੀ ਆ, ਕਪਟ ਛਲ ਫਰੇਬ ਕਰਨਾ, ਧੋਖੇ ਕਰਨੇ ਜਿਹੜੇ, ਤੀਨ ਬਾਸਨਾ ਨਾਮ ਜਿਹੜੀਆਂ ਜਿਹਨਾਂ ਵਾਸ਼ਨਾ ਦੇ ਤਿੰਨ ਨਾਮ ਹਨ, ਤਿੰਨ ਵਾਸ਼ਨਾ ਹਨ ਜਿਹੜੀਆਂ, ਨਿੰਦਾ ਜੁਤ ਹੱਥ ਸਭਨ ਕੋ ਨਿੰਦਿਆ ਦੇ ਸਮੇਤ ਸਾਰੀਆਂ ਵਾਸ਼ਨਾ ਨਿੰਦਿਆ ਨੂੰ ਨਾਸ਼ ਕੀਤਾ ਮਹਾਰਾਜ ਨੇ। ਰਾਜਤ ਸਤਿਗੁਰ ਰਾਮ ਫੱਬਦੇ ਨੇ ਮੇਰੇ ਧੰਨ ਗੁਰੂ ਰਾਮਦਾਸ ਅੰਤਰਜਾਮੀ ਸਤਿਗੁਰੂ। ਨਹਿ ਨਾਨਾ ਅਦਵੈਤ ਹੈ ਮੇਰੇ ਸਤਿਗੁਰੂ ਵਿੱਚ ਨਾਨਾ ਪੁਨਾ ਨਹੀਂ, ਅਦਵੈਤ ਰੂਪ ਹਨ ਸਤਿਗੁਰੂ, ਕਿਸੇ ਨਾਲ ਦਵੈਸ਼ ਨਹੀਂ ਹੈ। ਸੱਚ ਦਾ ਆਨੰਦ ਸੋ ਨਾਮ ਸਤ ਚੇਤਨ ਆਨੰਦ ਨਾਮ ਹੈ ਜਿਸ ਰੂਪ ਦਾ। ਫੇਰ ਦੁਹਾਈ ਸਭਨ ਪਰ ਸਭਨਾ ਥਾਵਾਂ ਤੇ ਮਹਾਰਾਜ ਦੁਹਾਈ ਫੇਰ ਦਿੱਤੀ ਆ, ਸਤ ਚੇਤਨ ਆਨੰਦ ਵਾਹਿਗੁਰੂ ਦਾ ਨਾਮ ਜਪਾਇਆ। ਰਾਜਤ ਸਤਿਗੁਰ ਰਾਮ ਫੱਬਦੇ ਨੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਇਹਨਾਂ ਗੁਣਾਂ ਦੇ ਸਹਿਤ ਜਨ ਪਰਜਾ ਪਾਲਨ ਕਰਹਿ ਆਪਣੇ ਜਨ ਗੁਰਸਿੱਖਾਂ ਦੀ ਪਰਜਾ ਨੂੰ ਪਾਲਦੇ ਨੇ ਮੇਰੇ ਸਤਿਗੁਰੂ। ਚੋਰ ਵਿਕਾਰਨ ਗ੍ਰਾਮ ਜਿਹੜੇ ਇਸ ਪ੍ਰਕਾਰ ਚੋਰਾਂ ਤੇ ਵਿਕਾਰ ਆਦਿ ਸਮੂਹ ਜਿਹੜੇ ਉਹਨਾਂ ਨੂੰ ਵਿਨਾਸ਼ ਕਰਕੇ ਕਰ ਸਭ ਕੋ ਨਿਰਮੂਲਤਾ ਇਹਨਾਂ ਔਗਣਾਂ ਦੀ ਸਾਰੇ ਨਿਰਮੂਲ ਮੁੱਢੋਂ ਹੀ ਦੂਰ ਕਰਕੇ ਇਹਨਾਂ ਨੂੰ। ਰਾਜਤ ਸਤਿਗੁਰ ਰਾਮ ਫੱਬਦੇ ਹਨ ਮੇਰੇ ਸਤਿਗੁਰੂ ਰਾਮਦਾਸ ਮਹਾਰਾਜ ਜੀ। ਸਰਲ ਸੁਸ਼ੀਲ ਉਧਾਰ ਉਰ ਮੇਰੇ ਸਤਿਗੁਰੂ ਜੀ ਬਹੁਤ ਸੂਧੇ ਸੁਭਾਅ ਵਾਲੇ, ਸੁਸ਼ੀਲ ਨਰਮ ਸੁਭਾਅ ਮੇਰੇ ਸਤਿਗੁਰੂ ਦਾ ਪਰਉਪਕਾਰੀ ਹੈ। ਦਾਨ ਮਾਨ ਸੁਭ ਕਾਮ ਤੇ ਮੇਰੇ ਸਤਿਗੁਰੂ ਜੀ ਮਾਣ ਸਤਿਕਾਰ ਦੇਣਾ, ਦਾਨ ਕਰਨਾ ਸਭ ਦੇ ਤਾਈਂ ਐਸਾ ਮਹਾਰਾਜ ਦਾ ਗੁਣ ਹੈ। ਇਤਿਆਦਿਕ ਨਿਤ ਸੰਗ ਰਹਿ ਇਹ ਨਿਤ ਹੀ ਮਹਾਰਾਜ ਦੇ ਨਾਲ ਰਹਿੰਦੇ ਨੇ, ਨਿਤ ਇਹ ਸੁਭਾਅ ਮਹਾਰਾਜ ਦਾ ਬਖਸ਼ਿਸ਼ਾਂ ਕਰਨੀਆਂ। ਰਾਜਤ ਸਤਿਗੁਰ ਰਾਮ ਫੱਬਦੇ ਹਨ ਸੋਭਾ ਪਾਉਂਦੇ ਨੇ ਮੇਰੇ ਗੁਰੂ ਰਾਮਦਾਸ ਜੀ। ਹੁਕਮ ਫਿਰਹਿ ਸਭ ਦੇਸ ਪਰ ਸਾਰੇ ਦੇਸ਼ ਵਿੱਚ ਇਲਾਕਿਆਂ ਦੇ ਵਿੱਚ ਮੇਰੇ ਸਤਿਗੁਰੂ ਦਾ ਹੁਕਮ ਜਿਹੜਾ ਹੈ ਇਹ ਜਿਹੜਾ ਇਸ ਪਰ ਮੰਨਿਆ ਜਾ ਰਿਹਾ ਹੈ, ਸਭ ਪਾਸੇ ਦੁਹਾਈ ਫਿਰੀ ਹੈ, ਹੁਕਮ ਮੰਨਿਆ ਜਾ ਰਿਹਾ ਹੈ। ਸਤ ਸੰਗਤ ਸਰਤ ਨਾਮ ਤੋ ਮੇਰੇ ਸਤਿਗੁਰੂ ਪਾਤਸ਼ਾਹ ਦੀ ਜੋ ਸੰਗਤ ਹੈ ਸਭ ਮਹਾਰਾਜ ਦੇ ਨਾਮ ਨੂੰ ਸੁਣਦੀ ਹੈ। ਅਤ ਪ੍ਰਤਾਪ ਨਿਤ ਪ੍ਰਤ ਬਦਤ ਧੰਨ ਗੁਰੂ ਰਾਮਦਾਸ ਦਾ ਦਿਨੋ ਦਿਨ ਪ੍ਰਤਾਪ ਵਧ ਰਿਹਾ ਹੈ। ਰਾਜਤ ਸਤਿਗੁਰ ਰਾਮ ਇਉਂ ਮੇਰੇ ਫੱਬਦੇ ਨੇ ਸਤਿਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਸੋਭਨੀਕ ਹੋ ਕੇ। ਜੋਗ ਛੇਮ ਦਾਤਾ ਮਹਾ ਮੇਰੇ ਸਤਿਗੁਰੂ ਜੋਗ ਪਰਮੇਸ਼ਰ ਵਿੱਚ ਜੋੜ ਦੇਣਾ, ਖੇਮ ਕਲਿਆਣ ਕਰ ਦੇਣੀ, ਇਹ ਨਿਤ ਮੇਰੇ ਸਤਿਗੁਰੂ ਦੀ ਬਖਸ਼ਿਸ਼ਾਂ ਕਰਦੇ ਹਨ। ਨਿਜ ਦਾਸਨ ਅਬਰਾਮ ਜਿਹੜੇ ਆਪ ਜੀ ਦੇ ਸੁੰਦਰ ਮਹਾਰਾਜ ਦੇ ਦਾਸ ਸਿੱਖ ਸੇਵਕ ਨੇ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਆ। ਪਰ ਉਪਕਾਰੀ ਸੋ ਜਸ ਜੁਤ ਮੇਰੇ ਸਤਿਗੁਰੂ ਜੀ ਪਰਉਪਕਾਰੀ ਹਨ ਤੇ ਮਹਾਨ ਸੁੰਦਰ ਜਸ ਦੇ ਸਹਿਤ ਹਨ ਗੁਰੂ ਰਾਮਦਾਸ ਜੀ। ਰਾਜਤ ਸਤਿਗੁਰ ਰਾਮ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਇਉਂ ਫੱਬਦੇ ਹਨ। ਸਦ ਗੁਣ ਕੋ ਸੁਰ ਭਿਖ ਕਰਿਓ ਮੇਰੇ ਸਤਿਗੁਰੂ ਇਹ ਸੁਭ ਗੁਣਾਂ ਦਾ ਸੁਰ ਭਿਖ। ਦੁਰਭਿਖ ਉਹ ਹੁੰਦਾ ਜਦੋਂ ਬਾਰਿਸ਼ ਨਾ ਪਵੇ ਤੇ ਕਾਲ ਪੈ ਜਾਏ, ਇਹਨੂੰ ਕਹੀਦਾ ਸੁਕਾਲ। ਸੋਹਣਾ ਸੁੰਦਰ ਸਮਾਂ ਬਣਾ ਦਿੱਤਾ ਇਹਨਾਂ ਸਭ ਗੁਣਾਂ ਦੇ ਸਹਿਤ ਮਹਾਰਾਜ ਨੇ। ਜਹ ਕਹਿ ਇਨ ਕੋ ਨਾਮ ਜਿੱਥੇ ਕਿਥੇ ਧੰਨ ਗੁਰੂ ਰਾਮਦਾਸ ਦਾ ਹੀ ਨਾਮ ਜਪਿਆ ਜਾਂਦਾ ਹੈ। ਅਵਗੁਣ ਕੋ ਦੁਰਭਿਖ ਪਰਿਓ ਔਗਣਾਂ ਦਾ ਤੇ ਕਾਲ ਹੀ ਪਾਤਾ ਮਹਾਰਾਜ ਨੇ, ਔਗਣ ਸਭਨਾਂ ਦੇ ਦੂਰ ਕਰ ਦਿੱਤੇ ਹਨ। ਰਾਜਤ ਸਤਿਗੁਰ ਰਾਮ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਸੋਭਾ ਪਾ ਰਹੇ ਨੇ ਸਿੰਘਾਸਣ ਤੇ। ਮਾਇਆ ਅਲਬਾਲਤ ਰਹਿ ਨਿਤ ਮੇਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਚਾਰ ਚੁਫੇਰੇ ਮਾਇਆ ਜਿਹੜੀ ਆ ਉਹ ਘੇਰਾ ਪਾ ਕੇ ਖੜੀ ਹੈ। ਅਲਬਾਲਤ ਜੋ ਇਸ ਪ੍ਰਕਾਰ ਜਿਸ ਤਰ੍ਹਾਂ ਕਿਸੇ ਫਲਦਾਰ ਬੂਟੇ ਨੂੰ ਆਪਾਂ ਖਾਲੀ ਬਣਾ ਕੇ ਚਾਰ ਚੁਫੇਰੇ ਵੱਟ ਕਰੀ ਦੀ ਪਾਣੀ ਲਾਉਣ, ਮਾਇਆ ਹਰ ਵੇਲੇ ਹਾਜ਼ਰ ਮਹਾਰਾਜ ਦੇ ਅੰਗ ਸੰਗ ਹੈ। ਨਿਤ ਅਲੇਪ ਨਿਸਕਾਮ ਤੇ ਮੇਰੇ ਸਾਧੂ ਨਿਸਕਾਮ ਤੇ ਨਿਤ ਨਿਰਲੇਪ ਨੇ, ਭਾਵੇਂ ਮਾਇਆ ਹਜੂਰ ਦੇ ਹਜੂਰੀ ਵਿੱਚ ਹੈ
ਆਪ ਜੀ ਨਿਰਲੇਪ ਹਨ। ਕਾਟਤ ਬੰਧਨ ਜਨੋ ਕੇ, ਆਪਣੇ ਸੇਵਕਾਂ ਦੇ ਬੰਧਨਾਂ ਨੂੰ ਮਹਾਰਾਜ ਕੱਟਦੇ ਹਨ। ਰਾਜਤ ਸਤਿਗੁਰ ਰਾਮ, ਧੰਨ ਮੇਰੇ ਸਤਿਗੁਰੂ ਜੀ ਇਉਂ ਸੋਭਾ ਸਾਰੇ ਫੈਲਾ ਰਹੇ ਹਨ। ਜਲ ਮਹਿ ਰਾਖੇ ਸੁਸਕ ਪਟ, ਧੰਨ ਮੇਰੇ ਸਤਿਗੁਰੂ ਜੀ ਇਉਂ ਨੇ ਜਿਵੇਂ ਪਾਣੀ ਦੇ ਵਿੱਚ ਵੀ ਮਹਾਰਾਜ ਬਸਤਰ ਸੁੱਕੇ ਰੱਖ ਲੈਂਦੇ ਆ। ਪਾਣੀ ਦੇ ਵਿੱਚ ਨੇ ਪਰ ਬਸਤਰ ਸੁੱਕੇ ਨੇ। ਇਸ ਤਰ੍ਹਾਂ ਸੰਸਾਰ ਵਿੱਚ ਮੇਰੇ ਸਤਿਗੁਰੂ ਜੀ ਵਿਚਰਦੇ ਹਨ। ਵਿੱਚ ਸੂਰਮੇ ਨਹਿ ਸ਼ਿਆਮ, ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਮਹਾਨ ਇਹ ਸੂਰਮੇ ਜਿਹੜੇ ਨੇ ਇਹ ਫੱਬ ਰਹੇ ਹਨ। ਅਦਭੁਤ ਮਹਿਦ ਚਰਿਤਰ ਜਿਸ ਮੇਰੇ ਸਤਿਗੁਰੂ ਮਹਾਰਾਜ ਦੇ ਅਚਰਜ ਕੌਤਕ ਹਨ ਗੁਰੂ ਰਾਮਦਾਸ ਜੀ ਦੇ। ਰਾਜਤ ਸਤਿਗੁਰ ਰਾਮ, ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਇਉਂ ਫੱਬ ਰਹੇ ਹਨ। ਪਠ ਹੈ ਜੋ ਬੀਸੀ ਦੋਹਰੇ, ਕਹਿੰਦਾ ਵੀ ਇਹ ਕਵੀ ਜੀ ਕਹਿੰਦੇ ਮੈਂ 20 ਦੋਹਰੇ ਇਹ ਮਹਾਰਾਜ ਦੀ ਜਸ ਵਿੱਚ ਉਚਾਰਨ ਕੀਤੇ ਹੈ। ਜਿਹੜਾ ਨਿਤਨੇਮ ਨਾਲ ਪ੍ਰੇਮ ਨਾਲ ਇਹਨਾਂ ਦੋਹਰਿਆਂ ਨੂੰ ਪੜ੍ਹੇਗਾ, ਨਿਤਾ ਪ੍ਰਤੀ ਕਰ ਨੇਮ, ਨਿਤ ਪ੍ਰਤੀ ਨੇਮ ਕਰਕੇ ਇਹਨਾਂ ਦਾ ਪਾਠ ਕਰੂਗਾ ਜੋ, ਮਨ ਬਾਸਤ ਫਲ ਦੇਤ ਗੁਰ, ਤੇ ਮੇਰੇ ਸਤਿਗੁਰੂ ਜੀ ਮਨੋਬਾਂਛਿਤ ਫਲ ਉਹਨਾਂ ਨੂੰ ਦਿੰਦੇ ਹਨ ਬਖਸ਼ੰਦ ਪਿਤਾ ਜੀ। ਸੁਤ ਬਿਤ ਆਦਿਕ ਛੇਮ, ਭਾਵੇਂ ਕੋਈ ਸੁੱਤ ਬਿੱਤ ਸੋ ਕੋਈ ਪੁੱਤਰ ਦੀ ਦਾਤ ਮੰਗਦਾ, ਕੋਈ ਧਨ ਦੀ ਦਾਤ, ਕੋਈ ਕਲਿਆਣ ਮੁਕਤੀ ਮੰਗਦਾ, ਸਭ ਦਾਤਾਂ ਗੁਰੂ ਬਖਸ਼ਦੇ ਹਨ। ਚਉਪਈ ਸਭ ਸੰਗਤ ਮੈਂ ਬੈਠ ਸੁਹਾਵਤ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਵਿੱਚ ਬੈਠ ਕਰਕੇ ਸੋਭਾ ਪਾਉਂਦੇ ਹਨ ਗੁਰੂ ਰਾਮਦਾਸ ਜੀ। ਜਿਮ ਮੁਨ ਮਹਿ ਰਗਬਰ ਸ਼ਬ ਪਾਵਤ, ਜਿਵੇਂ ਮੁਨੀਆਂ ਦੀ ਸਭਾ ਵਿੱਚ ਭਗਵਾਨ ਰਾਮ ਜੀ ਸੋਭਾ ਪਾਉਂਦੇ ਸਨ। ਉਪਦੇਸ ਹੈ ਸਿੱਖਨ ਸੁਖ ਇਸ਼ਟ, ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਇਸ ਪ੍ਰਕਾਰ ਪਿਆਰੇ ਸੁੱਖਾਂ ਦੀਆਂ ਦਾਤਾਂ ਬਖਸ਼ਦੇ ਹਨ। ਰਾਮ ਸਭਾ ਮਹਿ ਜਥਾ ਵਿਸ਼ਿਸ਼ਟ, ਜਿਸ ਤਰ੍ਹਾਂ ਭਗਵਾਨ ਰਾਮ ਦੀ ਸਭਾ ਦੇ ਵਿੱਚ ਵਿਸ਼ਿਸ਼ਟ ਮੁਨੀ ਜੀ ਸੋਭਾ ਪਾਉਂਦੇ, ਇਉਂ ਮੇਰੇ ਸਤਿਗੁਰੂ ਜੀ ਦੀ ਸਭਾ ਦੀ ਸੋਭਾ ਹੈ। ਸੰਤ ਬਿਲੋਕਤ ਆਨੰਦ ਬਿਲਿੰਦ, ਤੋ ਜਿਹੜੇ ਸੁਣਦੇ ਨੇ ਦਰਸ਼ਨ ਕਰਦੇ ਸਤਿਗੁਰੂ ਦੇ ਬਚਨ ਸੁਣਦੇ ਨੇ ਮਹਾਨ ਆਨੰਦ ਨੂੰ ਪ੍ਰਾਪਤ ਕਰਦੇ ਹਨ। ਬਰਿੰਦ ਚਕੋਰ ਮਨਿੰਦ ਸੋ ਚੰਦ, ਤੋ ਇਸ ਪ੍ਰਕਾਰ ਜਿਸ ਤਰ੍ਹਾਂ ਬਹੁਤ ਸਾਰੀਆਂ ਚਕੋਰਾਂ ਜਿਹੜੀਆਂ ਨੇ ਸੋ ਚੰਦਰਮਾ ਦਾ ਦਰਸ਼ਨ ਕਰਦੀਆਂ ਹੋਣ, ਚੰਦ ਚਕੋਰ ਪ੍ਰੀਤ ਅਹਲਾ ਤਾਰ ਨਿਹਾਲੇ, ਇਉਂ ਗੁਰਸਿੱਖ ਸੰਗਤਾਂ ਦੇ ਨੇਤਰ ਰੂਪ ਜਿਹੜੇ ਨੇ ਇਸ ਪ੍ਰਕਾਰ ਚਕੋਰਾਂ ਦੇ ਨੇਤਰ ਬਣੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਇੱਕ ਟੱਕ। ਉਦੈ ਹੋਤ ਸੂਰਜ ਜਿਮ ਆਵੇ, ਜਿਸ ਤਰੀਕੇ ਦੇ ਨਾਲ ਸੂਰਜ ਚੜ੍ਹ ਕੇ ਉੱਚਾ ਆਉਂਦਾ ਹੈ, ਕਮਲ ਬਦਨ ਸਿਖਨ ਬਿਗਸਾਵੇ, ਤੇ ਸੂਰਜ ਨੂੰ ਵੇਖ ਕੇ ਕਮਲ ਖਿੜਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰਸ਼ਨ ਕਰਕੇ ਗੁਰਸਿੱਖਾਂ ਦੇ ਹਿਰਦੇ ਕਮਲ ਖਿੜ ਜਾਂਦੇ ਹਨ। ਦਾਸਨ ਹਿਰਦੈ ਦੀਪ ਸਮ ਥਿਰੈ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਹਿਰਦੇ ਦੇ ਵਿੱਚ ਸੋ ਦੀਵੇ ਦੇ ਨਿਆਈ ਪ੍ਰਕਾਸ਼ ਕਰਦੇ ਹਨ। ਆਤਮ ਰਤਨ ਪਰਖ ਬੋ ਕਰੈ, ਤੇ ਮੇਰੇ ਧੰਨ ਸਤਿਗੁਰੂ ਪਾਤਸ਼ਾਹ ਜੀ ਆਤਮਾ ਰੂਪ ਰਤਨਾਂ ਦੀ ਪਰਖ ਕਰਦੇ ਨੇ। ਕਿਸ ਹਿਰਦੇ ਦੀ ਆਤਮਾ ਕਿੰਨੀ ਕੁ ਸ਼ੁੱਧ ਹੈ ਇਹ ਮੇਰੇ ਸਤਿਗੁਰੂ ਜੀ ਜਾਣੀ ਜਾਣ ਦੇਖਦੇ ਹਨ। ਕਿਰਪਾ ਦ੍ਰਿਸ਼ਟ ਜਿਸ ਮਾਥੇ ਹਾਥ, ਤੇ ਮੇਰੇ ਸਤਿਗੁਰੂ ਜੀ ਜਿਸ ਦੇ ਮੱਥੇ ਤੇ ਹੱਥ ਰੱਖ ਦੇਣ ਜਾਂ ਆਪ ਦੀ ਕਿਰਪਾ ਭਰੀ ਦ੍ਰਿਸ਼ਟੀ ਪਾ ਦੇਣ ਮੇਰੇ ਸਤਿਗੁਰੂ ਰਾਮਦਾਸ ਜੀ। ਬਨੇ ਹੇਮ ਆਇਓ ਪਾਰਸ ਸਾਥ, ਤੋ ਕਹਿੰਦੇ ਉਹ ਇਉਂ ਹੈ ਜਿਵੇਂ ਪਾਰਸ ਨਾਲ ਲੋਹਾ ਛੋਹ ਕਰਕੇ ਸੋਨਾ ਬਣ ਜਾਂਦਾ ਹੈ। ਗੁਰੂ ਦੀ ਪਾਰਸ ਰੂਪ ਨਦਰ ਦੇ ਨਾਲ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਬਾਵਨ ਚੰਦਨ ਢਿੱਗ ਤਰ ਜੈਸੇ, ਜਿਸ ਤਰੀਕੇ ਦੇ ਨਾਲ ਸੋ ਬਾਵਨ ਚੰਦਨ ਜਿਹੜਾ ਹੈ ਸੋ ਇਹਦੇ ਕੋਲ ਜਿਹੜੇ ਦਰਖਤ ਹੁੰਦੇ ਆ ਜਿੱਦਾਂ, ਮੁਕਤ ਸਰੂਪ ਸਮੀਪੀ ਤੈਸੇ, ਤੇ ਮੁਕਤ ਸਰੂਪ ਮੇਰੇ ਸਤਿਗੁਰੂ ਪਾਤਸ਼ਾਹ ਦੇ ਨਜ਼ਦੀਕੀ ਜਿਹੜੇ ਮੁਕਤੀ ਦੀ ਪ੍ਰਾਪਤੀ ਕਰਦੇ ਹਨ। ਕਿਤਕ ਸਮਾਂ ਬੀਤਿਓ ਇਸ ਰੀਤ, ਇਸ ਤਰੀਕੇ ਦੇ ਨਾਲ ਕਿੰਨਾ ਕੁ ਸਮਾਂ ਜਦੋਂ ਗੁਜ਼ਰ ਗਿਆ ਹੈ ਤਾਂ ਸਭ ਤੇ ਰਹਿ ਉਦਾਸ ਪ੍ਰਭ ਪ੍ਰੀਤ, ਮੇਰੇ ਸਤਿਗੁਰੂ ਜੀ ਰੱਬ ਦਾ ਪ੍ਰੀਤ ਕਰਦੇ ਤੇ ਦੁਨੀਆ ਤੋਂ ਉਦਾਸ ਰਹਿੰਦੇ ਗੁਰੂ ਰਾਮਦਾਸ ਜੀ। ਚਤੁਰਥ ਗੁਰੂ ਭਇਓ ਸਿੱਧ ਜਾਣਿਓ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਪਦ ਤੇ ਸੋਭਨੀਕ ਹੋਏ ਹਨ ਤੇ ਸਿੱਧਾਂ ਨੇ ਸੁਣਿਆ ਗੋਰਖਨਾਥ ਦੇ ਚੇਲਿਆਂ ਨੇ ਵੀ ਗੁਰੂ ਰਾਮਦਾਸ ਗੁਰੂ ਨਾਨਕ ਦੀ ਜੋਤ ਦੇ ਚੌਥੇ ਸਰੂਪ ਜਿਹੜੇ ਪ੍ਰਗਟ ਹੋਏ ਹਨ। ਹੇਤ ਪਰਖ ਬੇ ਆਵਨ ਠਾਨਿਓ, ਕਹਿੰਦੇ ਚਲੋ ਜਾ ਕਰਕੇ ਪਰਖ ਕਰੀਏ। ਇਹ ਸਿੱਧ ਲੋਕ ਕਿਉਂਕਿ ਉਮਰ ਲੰਮੀ ਸੀ ਇਹਨਾਂ ਦੀ, ਸਾਹਿਬ ਗੁਰੂ ਨਾਨਕ ਨਾਲ ਚਰਚਾ ਹੋਈ, ਜਿਹੜਾ ਵੀ ਸਰੂਪ ਗੁਰਤਾ ਗੱਦੀ ਤੇ ਸੋਭਨੀਕ ਹੁੰਦਾ ਇਹ ਸਿੱਧ ਆਣ ਕੇ ਪਰਖ ਕਰਿਆ ਕਰਦੇ, ਮਹਾਰਾਜ ਦੇ ਦਰਸ਼ਨ ਕਰਨੇ, ਪਰਖਣਾ ਵੀ ਗੁਰੂ ਨਾਨਕ ਦੇ ਹੀ ਜੋਤ ਨੇ ਕਿ ਜਾਂ ਕੋਈ ਫਰਕ ਹੈ। ਇਉਂ ਸਿੱਧਾਂ ਨੇ ਮਨ 'ਚ ਵਿਚਾਰ ਕੀਤਾ, ਚੌਥੇ ਗੁਰੂ ਜੀ ਸੋ ਦਰਸ਼ਨ ਦਿੱਤੇ ਹਨ, ਜਾ ਕੇ ਪਰਖ ਕਰੀਏ ਉਹਨਾਂ ਦੀ। ਜਿਮ ਤੀਰਥ ਪਰ ਯਾਤਰੀ ਆਵੇ, ਜਿਸ ਤਰ੍ਹਾਂ ਯਾਤਰੀ ਜਾਂਦੇ ਨੇ ਤੀਰਥ ਯਾਤਰਾ ਕਰਨ ਤੀਰਥ ਤੇ, ਗੁਰ ਤਨ ਸੁਨ ਤਿਮ ਸਿੱਧ ਸਭ ਧਾਵੇ, ਇਉਂ ਗੁਰੂ ਦਾ ਸਰੂਪ ਸੁਣ ਕਰਕੇ ਇਹ ਸਿੱਧ ਸਾਰੇ ਆਉਂਦੇ ਨੇ
ਗੁਰੂ ਨੂੰ ਤੀਰਥ ਮੰਨ ਕਰਕੇ ਯਾਤਰਾ ਕਰਨ ਆਉਂਦੇ ਸਮਝੋ। ਗੁਰ ਨਾਨਕ ਗਾਦੀ ਪਰ ਬੈਸੇ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੇ ਬੈਠੇ ਹਨ। ਪੂਰ ਕੇ ਊਰ ਲਖਹਿ ਅਬ ਤੈਸੇ, ਕਹਿੰਦੇ ਦੇਖੀਏ ਪੂਰਨ ਹਨ ਗੁਰੂ ਨਾਨਕ ਵਰਗੇ ਕਿ ਜਾਂ ਕੁਛ ਊਣੇ ਨੇ, ਪਰਖ ਕਰੀਏ ਜਾ ਕੇ। ਇਹ ਸਿੱਧ ਕਿਉਂਕਿ ਸ਼ਕਤੀਆਂ ਕਰਾਮਾਤਾਂ ਵਾਲੇ ਸਨ। ਤੇ ਦੂਸਰਾ ਇਹ ਵੀ ਆਪਾਂ ਸੋਚ ਸਕਦੇ ਹਾਂ ਭਈ ਇਹ ਦੁਨੀਆ ਤੋਂ ਪੂਜਾ ਕਰਾਉਂਦੇ ਸਨ। ਧੰਨ ਮੇਰੇ ਸਤਿਗੁਰੂ ਨੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਪਰਮੇਸ਼ਰ ਵਿੱਚ ਜੋੜ ਦਿੱਤਾ। ਇਹ ਬਾਰ-ਬਾਰ ਆਉਣ ਕਰਕੇ ਇਉਂ ਸਤਿਗੁਰੂ ਦੀ ਪਰਖ ਕਰਦੇ ਆ। ਸਤਿਗੁਰ ਸਭਾ ਵਿਖੇ ਸਭ ਆਏ, ਸਤਿਗੁਰੂ ਮਹਾਰਾਜ ਦੀ ਸਭਾ ਦੇ ਵਿੱਚ ਸੰਗਤ ਦੇ ਵਿੱਚ ਆ ਗਏ ਸਾਰੇ ਸਿੱਧ। ਬਰਿੰਦ ਆਦੇਸ਼ ਆਦੇਸ਼ ਅਲਾਏ, ਸਾਰੇ ਇਕੱਠੇ ਹੋ ਕੇ ਆਏ ਨੇ ਤੇ ਆਣ ਕੇ ਗੁਰੂ ਸਾਹਿਬ ਨੂੰ ਕਹਿੰਦੇ ਆਦੇਸ਼ ਆਦੇਸ਼। ਸਿੱਧਾਂ ਦੀ ਬੋਲੀ ਦੇ ਵਿੱਚ ਇਹ ਨਮਸਕਾਰ ਹੈ। ਆਦੇਸ਼ ਅੱਖਰ ਜਿਹੜਾ ਹੈ ਸਿੱਧਾਂ ਦੀ ਬੋਲੀ ਵਿੱਚ ਨਮਸਕਾਰ। ਜਿਵੇਂ ਗੁਰੂ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਬਚ ਆਦੇਸ਼ ਤਿਸੇ ਆਦੇਸ਼। ਸਿੱਧਾਂ ਨੇ ਜਦੋਂ ਆਣ ਕੇ ਗੁਰੂ ਨਾਨਕ ਨੂੰ ਕਿਹਾ ਆਦੇਸ਼ ਆਦੇਸ਼ ਭਈ ਨਮਸਕਾਰ ਹੋਵੇ, ਮਹਾਰਾਜ ਕਹਿੰਦੇ ਆਦੇਸ਼ ਤਿਸੇ ਆਦੇਸ਼। ਫਿਰ ਉਸ ਨੂੰ ਹੋਵੇ ਕੌਣ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਅਕਾਲ ਪੁਰਖ ਨੂੰ ਨਮਸਕਾਰ ਮਹਾਰਾਜ ਕਿਆ ਕਰਦੇ। ਕੁਸ਼ਲ ਬੂਝ ਸ੍ਰੀ ਪ੍ਰਭ ਸਨਮਾਨੇ, ਮੇਰੇ ਸਤਿਗੁਰੂ ਨੇ ਸੁਖ ਸ਼ਾਂਤ ਪੁੱਛੀ ਆ, ਅੰਤਰਜਾਮੀ ਜਾਣ ਗਏ ਹਨ ਵੀ ਸਿੱਧ ਆਏ ਨੇ। ਮੇਰੇ ਸਤਿਗੁਰੂ ਨੇ ਬੜੇ ਪ੍ਰੇਮ ਸਹਿਤ ਬਿਠਾਇਆ ਇਹਨਾਂ ਨੂੰ। ਨਿਕਟ ਬਿਠਾਏ ਹੀਰ ਹਰ ਖਾਨੇ, ਤੋ ਕੋਲ ਬਿਠਾਇਆ ਹੈ, ਵੇਖ ਕੇ ਬੜੇ ਖੁਸ਼ ਹੋਏ ਗੁਰੂ ਦੇ ਸਰੂਪ ਨੂੰ। ਪਰਖਨ ਕਾਰਨ ਚਰਚਾ ਰੀਤ, ਹੁਣ ਇਹਨਾਂ ਨੇ ਸੋ ਵਿਚਾਰ ਕੀਤਾ ਹੈ ਵੀ ਸਤਿਗੁਰੂ ਜੀ ਦੀ ਪਰਖ ਕਰਨ ਵਾਸਤੇ ਚਰਚਾ ਕਰੀਏ ਮਹਾਰਾਜ ਨਾਲ। ਬੋਲੇ ਜੇ ਮੁਖ ਸਿੱਧ ਬਨੀਤ, ਜੋ ਨੀਤੀਵਾਨ ਹਨ ਇਹ ਸਿੱਧ ਇਸ ਪ੍ਰਕਾਰ ਸੋ ਬੋਲੇ ਸਤਿਗੁਰੂ ਨੂੰ ਕਹਿੰਦੇ ਹਨ। ਸ੍ਰੀ ਗੁਰ ਤੁਮਰੀ ਸੰਗਤ ਵਿਖੈ, ਹੇ ਮਹਾਰਾਜ ਸਤਿਗੁਰੂ ਜੀ ਤੁਹਾਡੀ ਜੋ ਸੰਗਤ ਹੈ ਉਹਦੇ ਵਿੱਚ ਨਹਿ ਅਸ਼ਟਾਂਗ ਜੋਗ ਕਹੋ ਸਿੱਖੈ। ਮਹਾਰਾਜ ਜੋਗ ਦੇ 8 ਅੰਗ ਨੇ ਤੇ ਤੁਹਾਡੇ ਸਿੱਖ ਸਿੱਖਦੇ ਹੀ ਨਹੀਂ। ਅਸ਼ਟ ਅੰਗਾਂ ਵਾਲਾ ਜੋਗ ਜਿਹੜਾ ਹੈ ਉਹ ਨਹੀਂ ਧਾਰਦੇ ਹਨ ਸਿੱਖ। ਮਨ ਥਿਰ ਹੋਏ ਨਾ ਜੋਗ ਬਹੀਨੇ, ਕਿਉਂਕਿ ਜਦੋਂ ਤੱਕ ਕੋਈ ਜੋਗ ਸਾਧ ਨਹੀਂ ਕਰਦਾ ਮਨ ਟਿਕਦਾ ਨਹੀਂ ਹੈ। ਮਨ ਥਿਰ ਬਿਨ ਨਹਿ ਆਤਮ ਚੀਨੇ, ਜਦੋਂ ਤੱਕ ਮਨ ਨਹੀਂ ਟਿਕਦਾ ਤਦੋਂ ਤੱਕ ਆਤਮਾ ਦਾ ਗਿਆਨ ਨਹੀਂ ਹੋ ਸਕਦਾ। ਇਸ ਵਾਸਤੇ ਮਹਾਰਾਜ ਨਾ ਤੁਸੀਂ ਆਪ ਕਰਦੇ ਨਾ ਸਿੱਖਾਂ ਨੂੰ ਤੁਸੀਂ ਸੋ ਅਸ਼ਟਾਂਗ ਜਿਹੜੇ ਯੋਗ ਦੇ 8 ਅੰਗ ਉਹ ਤੁਸੀਂ ਮਹਾਰਾਜ ਸਿਖਾਉਂਦੇ ਨਹੀਂ ਹੋ। ਆਤਮ ਜਾਣੇ ਬਿਨਾ ਨਾ ਜੁਗਤ, ਤੋ ਇਸ ਪ੍ਰਕਾਰ ਜਦੋਂ ਤੱਕ ਆਤਮਾ ਨੂੰ ਜਾਣੇ ਨਾ, ਆਤਮ ਗਿਆਨ ਨਾ ਆਤਮਾ ਨੂੰ ਜਾਣੇ ਨਾ, ਗਿਆਨ ਨਾ ਪ੍ਰਾਪਤ ਹੋਵੇ ਉਦੋਂ ਤੱਕ ਪਰਮੇਸ਼ਰ ਜੁੜਿਆ ਨਹੀਂ ਜਾ ਸਕਦਾ। ਜੁਗਤ ਬਿਨਾ ਕਿਮ ਹੋਏ ਨਾ ਮੁਕਤ, ਤੇ ਜਦੋਂ ਤੱਕ ਜੁੜੀ ਨਹੀਂ ਆਤਮਾ ਪਰਮਾਤਮਾ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ। ਮੁਕਤ ਬਿਨਾ ਬੰਧਨ ਮਹਿ ਰਹੈ, ਜਦੋਂ ਤੱਕ ਮੁਕਤੀ ਨਹੀਂ ਤਾਂ ਜੀਵਨ ਜਿਹੜਾ ਇਹ ਬੰਧਨਾਂ ਵਿੱਚ ਹੀ ਰਹਿੰਦਾ ਹੈ ਜੀਵ ਦਾ। ਤੋ ਗੁਰ ਸਿੱਖੀ ਮਹਿ ਕਿਆ ਲਹੈ, ਤੇ ਮਹਾਰਾਜ ਤੁਸੀਂ ਦੱਸੋ ਅਸੀਂ ਤਾਂ ਜੋਗ ਦੀ ਇਹ ਜੁਗਤੀ ਦੱਸਤੀ, ਤੁਸੀਂ ਦੱਸੋ ਸਿੱਖਾਂ ਦੇ ਵਿੱਚ ਕਿਸ ਤਰੀਕੇ ਨਾਲ ਜਾਣਦੇ ਹੋ ਗਿਆਨ। ਇਹ ਸ਼ੰਕਾ ਹਮਰੇ ਮਨ ਮਾਹੀ, ਸਾਡੇ ਮਨ 'ਚ ਮਹਾਰਾਜ ਇਹ ਸ਼ੰਕਾ ਹੈ ਇਸ ਵਾਸਤੇ ਤੁਸੀਂ ਨਿਵਰਤ ਕਰੋ। ਸਿੱਖੀ ਧਾਰ ਪਾਇਤ ਕੁਛ ਨਾਹੀ, ਤੋ ਅਸੀਂ ਸਮਝਦੇ ਹਾਂ ਜਿਹੜੇ ਸਿੱਖੀ ਧਾਰਨ ਕਰਦੇ ਆ ਉਹ ਕੁਝ ਵੀ ਪ੍ਰਾਪਤ ਨਹੀਂ ਕਰਦੇ ਹਨ ਇਹਨਾਂ ਗੁਣਾਂ ਦੇ ਵਿੱਚੋਂ। ਸੁਣ ਸ੍ਰੀ ਸਤਿਗੁਰ ਉੱਤਰ ਦੀਨਸ, ਸੁਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਨੂੰ ਇਉਂ ਜਵਾਬ ਦਿੰਦੇ ਨੇ, ਸਰਵਣ ਕਰੀਏ। ਜੋਗ ਆਸਰੇ ਜਿਸ ਕੋ ਲੀਨਸ, ਤਾਂ ਮਹਾਰਾਜ ਕਹਿੰਦੇ ਦੇਖੋ ਸਿੱਧੋ ਜਿਹਦੇ ਆਸਰੇ ਤੁਸੀਂ ਜੋਗ ਲਿਆ ਜੋਗ ਧਾਰਿਆ ਹੈ, ਸੁਣੋ ਸੋ ਸਤ ਨਾਮ ਹਮਾਰੇ ਮਤ ਮੈਂ, ਉਹੋ ਹੀ ਸਾਡੇ ਧਰਮ ਵਿੱਚ ਸੱਚਾ ਨਾਮ ਹੈ। ਸੋ ਨਾਮ ਤੋਂ ਬਿਨਾਂ ਜੋਗ ਨਹੀਂ ਹੈ ਤੇ ਉਹੋ ਹੀ ਨਾਮ ਤੋਂ ਬਿਨਾਂ ਸਿੱਖੀ ਨਹੀਂ ਹੈ। ਅਸੀਂ ਉਹੀ ਨਾਮ ਦੀ ਦਾਤ ਬਖਸ਼ਦੇ ਸਿੱਖਾਂ ਨੂੰ। ਤਿਸ ਕੋ ਸਿਮਰਤ ਨਿਸ ਦਿਨ ਚਿਤ ਮੈਂ, ਅਸੀਂ ਇਸ ਪ੍ਰਕਾਰ ਉਸੇ ਨਾਮ ਨੂੰ ਦਿਨੇ ਰਾਤ ਚੇਤੇ ਕਰਦੇ ਹਾਂ। ਪ੍ਰੇਮਾ ਭਗਤ ਜਾਗ ਜਬ ਆਵਹਿ, ਜਦੋਂ ਪ੍ਰੇਮਾ ਭਗਤੀ ਵਿੱਚ ਜਦੋਂ ਮਨ ਜਾਗ ਉੱਠਦਾ ਹੈ ਤਾਂ ਅਪਰਵਸਤ ਮਹਿ ਬ੍ਰਿਤੀ ਨਾ ਲਾਭ ਹੈ, ਤਾਂ ਫਿਰ ਕਹਿੰਦੇ ਜਿਹੜਾ ਸੱਚੇ ਨਾਮ ਵਿੱਚ ਪ੍ਰੇਮ ਧਾਰ ਲਵੇ ਹੋਰ ਵਸਤੂਆਂ ਵਿੱਚ ਫਿਰ ਬਿਰਤੀ ਨਹੀਂ ਲਾਉਂਦਾ ਉਹ। ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਸਾਧ ਸੰਗਤ। ਇਹ ਹੈ ਨਾਮ ਰਸ ਜੋ ਜੰਤਰ ਪਤਾਨੇ। ਜਦੋਂ ਮੇਰੇ ਸਤਿਗੁਰੂ ਜੀ ਗੁਰਸਿੱਖ ਦੇ ਸਿਮਰਨ ਵਿੱਚ ਨਾਮ 'ਚ ਰਸ ਪਾਉਂਦੇ ਨਾ ਫਿਰ ਸਾਰਾ ਕੁਝ ਨਿਰਸ ਹੋ ਜਾਂਦਾ ਹੈ। ਤੇ ਫਿਰ ਉਹ ਜੋ ਨਾਮ ਰਸੀਏ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਵਰ ਸਾਧ ਚੱਕ ਸਗਲੇ ਡੀਠੇ ਮਨ ਹਰ ਰਸ ਸਭ ਤੇ ਮੀਠਾ ਜੀ। ਉਹਨਾਂ ਨੂੰ ਐਸਾ ਰਸ ਆ ਜਾਂਦਾ ਹੈ। ਐਸੇ ਗੁਰਸਿੱਖਾਂ ਦੇ ਦਰਸ਼ਨ ਹੋਏ ਨੇ ਜੋ ਕੁਛ ਤਾਂ ਐਸਾ ਪ੍ਰੇਮ ਦੱਸਦੇ ਵੀ ਜਦੋਂ ਅਸੀਂ ਸਿਮਰਨ ਕਰਦੇ ਸਾਡਾ ਗਲਾ ਮਿੱਠਾ ਰਹਿੰਦਾ ਹੈ, ਤੇ ਕੁਛ ਐਸੀ ਅਵਸਥਾ ਵਾਲੇ ਵੀ ਕਹਿੰਦੇ ਵੀ ਅੱਠੇ ਪੈਰ ਹੀ ਸਾਡਾ ਗਲਾ ਮਿੱਠਾ ਹੀ ਰਹਿੰਦਾ ਹੈ। ਇਹ ਨਾਮ ਦਾ ਰਸ ਹੈ, ਐਸੀ ਅਵਸਥਾ ਇਹ
ਐਵੇਂ ਨਹੀਂ ਕਹਿੰਦੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ। ਸੋ ਰਾਮ ਰਸ ਪੀਆ ਰੇ, ਜਿਹ ਰਸ ਵਿਸਰ ਗਏ ਰਸ ਆਓ। ਜਿਸ ਵੇਲੇ ਉਹ ਰਸ ਆ ਜਾਵੇ ਫਿਰ ਬਾਕੀ ਸਭ ਰਸ ਫੀਕੇ ਫਕਾਨੇ ਹੋ ਜਾਂਦੇ ਹਨ। ਨਿੱਧ ਸਿੱਧ ਬਹੁ ਅਜਮਤ ਦਿਖਰਾਵਤ, ਤਾਂ ਫਿਰ ਨਿੱਧੀਆਂ ਸਿੱਧੀਆਂ ਕਰਾਮਾਤਾਂ ਸਾਰੀਆਂ ਹੀ ਦਿਸ ਪੈਂਦੀਆਂ ਪ੍ਰਾਪਤ ਹੁੰਦੀਆਂ ਹਨ। ਨਿਜ ਕੀਰਤ ਜਗ ਵਿਖੇ ਵਿਧਾਵਤ, ਤੋ ਕਹਿੰਦੇ ਤੁਸੀਂ ਆਪਣਾ ਹੀ ਜਸ ਦੁਨੀਆ 'ਚ ਵਧਾਉਂਦੇ ਰਿੱਧੀਆਂ ਸਿੱਧੀਆਂ ਦੇ ਨਾਲ। ਤਿਨ ਕੋ ਸ਼ੋਰ ਨਾਮ ਬ੍ਰਿਤ ਅਟਕੀ, ਤੋ ਇਸ ਪ੍ਰਕਾਰ ਗੁਰਸਿੱਖਾਂ ਦੀਆਂ ਰਿੱਧੀਆਂ ਸਿੱਧੀਆਂ ਦੇ ਸਵਾਦ ਛੱਡ ਕੇ ਨਾਮ ਵਿੱਚ ਬਿਰਤੀ ਟਿਕ ਜਾਂਦੀ ਹੈ। ਇਹ ਦਾਤ ਸਾਡੇ ਗੁਰੂ ਨਾਨਕ ਦੇ ਘਰ ਵਿੱਚ ਹੈ। ਭੂਲ ਜਾਤ ਸਭ ਹੀ ਸੁਧ ਘਟ ਕੀ, ਸਭ ਹਿਰਦੇ ਦੀ ਇਹਨਾਂ ਚੀਜ਼ਾਂ ਦੀ, ਸੰਸਾਰਕ ਵਸਤੂਆਂ ਦੀ। ਕਿਉਂਕਿ ਸਿੱਧਾਂ ਦੇ ਕੋਲ ਸਿੱਧ ਕੌਣ ਹੈ? ਜੋ ਯੋਗ ਸਾਧਨਾ ਕਰਕੇ ਸਿੱਧੀਆਂ ਨੂੰ ਪ੍ਰਾਪਤ ਕਰ ਲੈ, ਇੱਥੇ ਟਿਕ ਜਾਂਦੇ ਰਿੱਧੀਆਂ ਸਿੱਧੀਆਂ ਤੇ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦਾ ਨਾਲ ਵਿਚਾਰ ਚਰਚਾ ਕਰਦਿਆਂ ਇਹਨਾਂ ਨੂੰ ਦਰਸਾਇਆ ਸੀ, ਇਹ ਸਿੱਧੀਆਂ ਉਰੇ ਦੀਆਂ ਚੀਜ਼ਾਂ ਨੇ। ਜਿਹੜਾ ਨਾਮ ਦਾ ਰਸ ਹੈ ਇਸ ਤੋਂ ਅੱਗੇ ਹੈ, ਜਿਹੜੀ ਸਾਡੀ ਮੰਜ਼ਿਲ ਹੈ ਉਹ ਅੱਗੇ ਹੈ। ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ, ਉਹਦੇ 'ਚ ਅਭੇਦਤਾ, ਮੁਕਤੀ ਪਦ ਜਿਹੜਾ ਹੈ, ਮੁਕਤੀ ਬਹੁਤ ਅੱਗੇ ਹੈ। ਇਹ ਰਿੱਧੀਆਂ ਸਿੱਧੀਆਂ ਨੂੰ ਮਹਾਰਾਜ ਨੇ ਕਿਹਾ ਇਹ ਮਾਇਆ ਹੈ। ਜਿਹੜੇ ਲੋਕ ਬੰਦਗੀ ਕਰਕੇ ਇੱਥੇ ਜਾ ਕੇ ਅਟਕ ਜਾਂਦੇ ਨੇ, ਤੇ ਇਹ ਰਿੱਧੀਆਂ ਸਿੱਧੀਆਂ 'ਚ ਕੀ ਹੁੰਦਾ? ਦੁਨੀਆ ਨੂੰ ਸ਼ਕਤੀਆਂ ਵਿਖਾਈਆਂ, ਡਰਾ ਦਿੱਤਾ ਤੇ ਪੂਜਾ ਕਰਾ ਲਈ। ਹੁਣ ਉਹ ਜਿਹੜੇ ਇੱਕ ਪਾਸੇ ਵਡਿਆਈ ਹੋ ਜਾਂਦੀ, ਦੂਸਰੇ ਪਾਸੇ ਮਾਇਆ ਹੋ ਜਾਂਦੀ, ਤੇ ਮਾਇਆ ਦਾ ਸੁਭਾਅ ਇਹਨੇ ਛਲ ਕਰਕੇ ਸੁੱਟਣਾ ਹੀ ਆ ਪਿੱਛੇ। ਮਾਇਆ ਕਦੇ ਵੀ ਸੋ ਪੁੱਗਣ ਨਹੀਂ ਦਿੰਦੀ ਹੈ। ਇਹੋ ਤੇ ਵੱਡੀ ਅਟਕ ਹੈ ਪਰਮੇਸ਼ਵਰ ਦੀ ਪ੍ਰਾਪਤੀ ਦੇ ਵਿੱਚ। ਤੇ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ, ਭਾਈ ਸੋ ਨਾਮ ਦੇ ਰਸ ਵਿੱਚ ਜਦੋਂ ਸੋ ਜੁੜ ਜਾਂਦੇ ਹਨ ਪ੍ਰੇਮੀ, ਤਾਂ ਉਸ ਵੇਲੇ ਇਹ ਸਾਰੀਆਂ ਹੀ ਜਿਹੜੀਆਂ ਰਿੱਧੀਆਂ ਸਿੱਧੀਆਂ ਹੋਰ ਪਦਾਰਥ ਨੇ ਫਿੱਕੇ ਪੈ ਜਾਂਦੇ ਉਹਨਾਂ ਦੇ ਮੂਹਰੇ, ਉਹ ਨਾਮ ਰਸੀਏ ਬਣਦੇ ਹਨ। ਭੂਲ ਜਾਤ ਸਭ ਹੀ ਸੁਧ ਘਟ ਕੀ, ਸਾਰੇ ਹਿਰਦੇ ਵਿੱਚ ਇਹਨਾਂ ਰਿੱਧੀਆਂ ਸਿੱਧੀਆਂ ਤੇ ਹੋਰ ਵਡਿਆਈਆਂ ਦੀ ਜਿਹੜੀ ਹੈ ਨਾ ਸ਼ੁੱਧ ਖਬਰ ਹੈ, ਇਹ ਸਾਰੀ ਹਿਰਦੇ ਵਿੱਚੋਂ ਭੁੱਲ ਜਾਂਦੀ ਉਹਨਾਂ ਦੇ। ਏਕ ਰੰਗ ਮਹਿ ਰਪਿਓ ਰਹੰਤਾ, ਤੇ ਜਿਹੜਾ ਨਾਮ ਵਿੱਚ ਜੁੜ ਗਿਆ, ਇੱਕ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ, ਫਿਰ ਆਨੰਦ ਹੁੰਦਾ ਉਸ ਨੂੰ। ਬ੍ਰਿਤ ਸਥਿਰਤਾ ਜਬਹਿ ਲਹੰਤਾ, ਜਦੋਂ ਆਪਣੀ ਬਿਰਤੀ ਨੂੰ ਸਥਿਰ ਦੇਖਦਾ ਹੈ, ਜਦੋਂ ਬਿਰਤੀ ਟਿਕ ਜਾਂਦੀ ਹੈ, ਭਾਰੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਰੱਬ ਕੀ ਕਿਰਪਾ ਹੋਏ ਤਤ ਕਾਲ, ਤੇ ਇਹ ਜਦੋਂ ਚਿੱਤ ਬਿਰਤੀ ਟਿਕ ਜਾਂਦੀ ਹੈ, ਫਿਰ ਵਾਹਿਗੁਰੂ ਪਰਮੇਸ਼ਵਰ ਦੀ ਮਹਾਨ ਬਖਸ਼ਿਸ਼ ਹੁੰਦੀ ਉਸ ਪ੍ਰੇਮੀ ਤੇ। ਹੋਏ ਆਵੇ ਤਬ ਗਿਆਨ ਸੁਖਾਲਾ, ਤੇ ਸੌਖਾ ਹੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਸਾਡੇ ਗੁਰਸਿੱਖਾਂ ਨੂੰ ਸੋ ਨਾ ਪਹਾੜਾਂ 'ਚ ਜਾਣ ਦੀ ਲੋੜ ਹੈ, ਨਾ ਘਰ ਛੱਡਣ ਦੀ ਲੋੜ ਹੈ, ਸੋ ਜੰਗਲਾਂ ਬਨਾਂ ਦੇ ਇਸ ਪ੍ਰਕਾਰ ਦੁੱਖ ਸਹਾਰਨ ਦੀ ਲੋੜ ਨਹੀਂ। ਇਸੇ ਬਿਰਤੀ ਦੇ ਨਾਲ ਆਨੰਦ ਮਾਣਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਇਹ ਹੈ ਸਾਡਾ ਸਿੱਖ ਧਰਮ ਦਾ ਅਸੂਲ ਜਿਹੜਾ ਹੈ, ਤੇ ਤੁਹਾਡੇ ਮੁਕਾਬਲੇ ਤੇ ਇਹ ਸਾਡਾ ਐਸਾ ਵਿਚਾਰ ਹੈ। ਇਉਂ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸਿੱਧਾਂ ਦੇ ਤਾਈਂ ਗੁਰਸਿੱਖੀ ਦੀ ਮਹਾਨਤਾ ਦੱਸ ਕਰਕੇ ਇਹਨਾਂ ਨੂੰ ਨਿਰੁੱਤਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਸਾਡੇ ਮਨ ਵਿੱਚ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਟਿਕੇ, ਮਨ ਬਿਰਤੀ ਇਕਾਗਰ ਹੋ ਕਰਕੇ ਨਾਮ ਰਸ ਨੂੰ ਮਾਣਦੇ ਹੋਏ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਦੀਆਂ ਅੰਮ੍ਰਿਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਏਕ ਰੰਗ ਮਹਿ ਰਪਿਓ ਰਹੰਤਾ, ਬ੍ਰਿਤ ਅਸਥਿਰਤਾ ਜਬਹਿ ਲਹੰਤਾ, ਪ੍ਰਭ ਕੀ ਕਿਰਪਾ ਹੋਏ ਤਤ ਕਾਲਾ, ਹੋਏ ਆਵੇ ਤਬ ਗਿਆਨ ਸੁਖਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ